ਤੇ ਆਪਾਂ ਸੁਝਾਅ ਦੀ ਜੇ ਗੱਲ ਕਰੀਏ ਤਾਂ ਤੁਸੀਂ ਉਹਨਾਂ ਨੂੰ ਕੀ ਸੁਝਾਅ ਦੇਣੇ ਚਾਹੋਗੇ ਕਿ ਉਹ ਹੁਣ ਸੰਘਰਸ਼ ਨੂੰ ਕਿੱਦਾਂ ਲੈ ਕੇ ਜਾਣ? ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਨੇ ਤਾਂ ਕੀ ਉੱਥੇ ਸਵਾਲ ਰੱਖਣ, ਕੀ ਹੱਲ ਲੈ ਕੇ ਆਉਣ ਉੱਥੋਂ? ਤੇ ਪੰਜਾਬ ਦੇ ਵਿੱਚ ਮੇਰਾ ਖਿਆਲ ਜਿੰਨੇ ਵੀ ਮੋਰਚੇ ਹੁਣ ਤੱਕ ਲੱਗੇ ਨੇ, ਕਦੀ ਲੋਕਾਂ ਕਰਕੇ ਮੋਰਚਾ ਫੇਲ ਨਹੀਂ ਹੋਇਆ। ਜਦੋਂ ਵੀ ਮੋਰਚੇ 'ਚ ਜਦੋਂ ਅਖੀਰ ਤੇ ਜਾ ਕੇ ਟੇਬਲ ਤੇ ਬੈਠ ਕੇ ਕਿਤੇ ਗੱਲ ਹੋਈ ਆ, ਉਹਦੇ ਵਿੱਚ ਜਿਹੜੀ ਆ ਉੱਤੇ ਹਮੇਸ਼ਾ ਹੀ ਪੰਜਾਬ ਨੇ ਮਾਰ ਖਾਧੀ ਆ। 31 ਕਿਸਾਨ ਜਥੇਬੰਦੀਆਂ ਦੇ ਕਈ ਨੁਮਾਇੰਦੇ ਜਾ ਕੇ ਕੈਪਟਨ ਸਾਹਿਬ ਨੂੰ ਮਿਲੇ, ਉੱਥੇ ਜਾ ਕੇ ਗੱਲਬਾਤ ਹੋਈ। ਇਸੇ ਤਰ੍ਹਾਂ ਜੇ ਪ੍ਰਧਾਨ ਮੰਤਰੀ ਸਾਹਿਬ ਸਾਦੇ ਨੇ ਤਾਂ ਉੱਥੇ ਲੱਗਦਾ ਕਿ 31 ਦੇ 31 ਨੂੰ ਜਾਣਾ ਚਾਹੀਦਾ ਹੈ, ਜਾਂ ਲੱਗਦਾ ਕਿ 31 ਦੇ 31 ਏਕਾ ਬਣਾ ਕੇ ਜਾ ਸਕਦੇ ਨੇ, ਜਾਂ ਉਹ ਤੋਂ ਕੋਈ ਚੰਗੀ ਗੱਲ ਲਿਆ ਸਕਦੇ ਨੇ? ਹਮੇਸ਼ਾ ਜਦੋਂ ਡੈਲੀਗੇਸ਼ਨ ਹੁੰਦਾ ਆ, ਜੇ ਵੱਡਾ ਬਹੁਤਾ ਡੈਲੀਗੇਸ਼ਨ ਹੋਏ ਤੇ ਵੱਡੇ ਡੈਲੀਗੇਸ਼ਨ ਦੇ ਵਿੱਚ ਉਨੀਆਂ ਕਨਫਿਊਜ਼ਨਸ ਜ਼ਿਆਦਾ ਹੁੰਦੀਆਂ ਨੇ। ਉੱਥੇ ਫਿਰ ਹਰ ਬੰਦਾ ਲੀਡਰ ਜਿਹੜਾ ਹੁੰਦਾ ਨਾ, ਕਈ ਵਾਰੀ ਉਹਨੂੰ ਹੁੰਦਾ ਵੀ ਲੈ ਮੈਂ ਕਿਉਂ ਨਹੀਂ ਬੋਲਿਆ, ਯਾਰ ਮੈਂ ਵੀ ਬੋਲਣਾ ਸੀ। ਜਿਵੇਂ ਇਸ ਵੇਲੇ ਅਸੀਂ ਸਾਰਿਆਂ ਨੇ ਪੰਜਾਬੀਆਂ ਨੇ ਏਕੇ ਦਾ ਸਬੂਤ ਦਿੱਤਾ, ਸਾਰੇ ਰੇਲਵੇ ਲਾਈਨਾਂ ਦੇ ਉੱਤੇ ਇਕੱਠੇ ਹੋ ਕੇ ਬੈਠ ਗਏ ਹਾਂ। ਹੁਣ ਆਪਾਂ ਪਿੰਡ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਸਿਰਜੀਏ। ਹਰ ਪਿੰਡ ਤੇ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਹੈ ਇਹਨਾਂ ਨੂੰ। ਮੈਂ ਕਿਸਾਨ ਯੂਨੀਅਨ ਨੂੰ ਬੇਨਤੀ ਕਰੂੰਗਾ। ਅੱਜ ਮੋਰਚੇ ਦੇ ਵਿੱਚ ਜਵਾਨੀ ਦੇ ਵਿੱਚ ਬੜਾ ਜੋਸ਼ ਹੈ। ਉਹ ਕਹਿੰਦੇ ਨੇ ਕਿ ਜੋਸ਼ ਦੇ ਨਾਲ ਹੋਸ਼ ਹੋਣਾ ਲਾਜ਼ਮੀ ਹੈ, ਉਹ ਵੀ ਜ਼ਰੂਰੀ ਹੈ। ਇਹ ਨਾ ਹੋਵੇ ਕਿਤੇ ਉੱਥੇ ਹੁੱਲੜਬਾਜ਼ੀ ਹੋਈ ਜਾਏ। ਹੁਣ ਆਪਾਂ ਦੇਖ ਰਹੇ ਹਾਂ ਕਲਾਕਾਰ ਉਹ ਵੀ ਜਵਾਨੀ ਵਿੱਚ ਆਉਂਦੇ ਨੇ, ਉਹ ਵੀ ਆਪੋ ਆਪਣੇ ਸੁਝਾਅ ਦੇ ਰਹੇ ਨੇ। ਕਲਾਕਾਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਅਸਹਿਮਤੀ ਬਣਦੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖੇਤੀ ਕਾਨੂੰਨ ਨੂੰ ਲੈ ਕੇ ਰੌਲਾ ਰੱਪਾ ਜੋ ਪਿਆ ਹੋਇਆ ਹੈ, ਉਸ ਉੱਤੇ ਅਸੀਂ ਲਗਾਤਾਰ ਹੱਲ ਦੀ ਗੱਲ ਕਰ ਰਹੇ ਹਾਂ ਕਿ ਇਹਦਾ ਹੱਲ ਹੁਣ ਕਿਸ ਤਰ੍ਹਾਂ ਨਿਕਲ ਸਕਦਾ ਹੈ। ਕੋਈ ਸੁਪਰੀਮ ਕੋਰਟ ਜਾਣ ਦੀ ਤਿਆਰੀ ਵਿੱਚ ਹੈ, ਕੋਈ ਸੁਪਰੀਮ ਕੋਰਟ ਪਹੁੰਚਿਆ ਹੋਇਆ ਹੈ, ਕੋਈ ਸਰਕਾਰ ਦੇ ਨਾਲ ਮੱਥਾ ਲਾਈ ਬੈਠਾ ਹੈ। ਕਿਸਾਨ ਆਰ ਪਾਰ ਦੀ ਲੜਾਈ ਦੇ ਵਿੱਚ ਲੱਗੇ ਹੋਏ ਨੇ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਅਸੀਂ ਮੋਰਚਾ ਲਗਾਤਾਰ ਇਸੇ ਤਰ੍ਹਾਂ ਸੰਘਰਸ਼ ਵੀ ਜਾਰੀ ਰੱਖਾਂਗੇ, ਮੋਰਚੇ ਲਾ ਕੇ ਰੱਖਾਂਗੇ। ਪਰ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੁੰਦੀ ਹੈ, ਕੋਈ ਕਦੀ ਜਥੇਬੰਦੀ ਤਾਂ ਹੈ ਨਹੀਂ ਦੇਸ਼ ਭਰ ਦੇ ਵਿੱਚ, ਤਕਰੀਬਨ ਕਈ ਜਥੇਬੰਦੀਆਂ, ਸੈਂਕੜੇ ਜਥੇਬੰਦੀਆਂ ਨੇ। ਪੰਜਾਬ ਦੇ ਵਿੱਚ 31 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਚੁੱਕੀਆਂ ਨੇ। ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਹੁੰਦੀ ਹੈ ਤਾਂ ਉੱਥੇ ਕੀ ਗੱਲ ਕੀਤੀ ਜਾਏਗੀ? ਕੀ ਸਾਰਿਆਂ ਨੂੰ ਇਸ ਵਿਸ਼ੇ ਦੀ ਸਮਝ ਹੋਏਗੀ? ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਤੁਹਾਡਾ ਰੋਡ ਮੈਪ ਹੋਵੇ, ਤੁਸੀਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਤੱਕ ਆਪਣੀ ਗੱਲ ਰੱਖ ਸਕਦੇ ਹੋ, ਆਪਣੇ ਮਸਲਿਆਂ ਨੂੰ ਹੱਲ ਕਰਵਾ ਸਕਦੇ ਹੋ। ਉਹਨਾਂ ਦਾ ਕਿਸ ਤਰ੍ਹਾਂ ਦਾ ਜ਼ਰੀਆ ਹੋਣਾ ਹੈ, ਸਵਾਲ ਜਵਾਬ ਕੀ ਹੋ ਸਕਦੇ ਨੇ ਉੱਤੇ, ਉਹਨਾਂ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਖੇਤੀਬਾੜੀ ਵਿਭਾਗ ਪੰਜਾਬ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਸੋਹਲ ਮੌਜੂਦ ਨੇ। ਸੋਹਲ ਸਾਹਿਬ ਨੇ ਪਹਿਲਾਂ ਵੀ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਸੀ। ਅਸੀਂ ਦੁਬਾਰਾ ਤੋਂ ਉਹਨਾਂ ਨੂੰ ਤੁਹਾਡੇ ਲੈ ਕੇ ਰੂਬਰੂ ਹੋ ਰਹੇ ਹਾਂ। ਸਰ, ਤੁਹਾਡਾ ਸਵਾਗਤ ਹੈ ਲੋਕਰਨ ਚੈਨਲ ਤੇ। ਬਹੁਤ ਮਿਹਰਬਾਨੀ। ਮੈਂ ਵੀ, ਮੇਰੇ ਵੱਲੋਂ ਵੀ ਲੋਕਰਨ ਦੇ ਸੁਣਨ ਵਾਲੇ ਜਿੰਨੇ ਸਰੋਤੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋਹਲ ਸਾਹਿਬ, ਖੇਤੀ ਕਾਨੂੰਨ ਨੂੰ ਲੈ ਕੇ ਹੁਣ ਤਾਂ ਕਾਨੂੰਨ ਵੀ ਬਣ ਚੁੱਕੇ। ਆਪਾਂ ਪਹਿਲਾਂ ਜਦੋਂ ਗੱਲ ਕੀਤੀ ਸੀ ਉਦੋਂ ਕਾਨੂੰਨ ਹਾਲੇ ਬਣਿਆ ਨਹੀਂ ਸੀ। ਹੁਣ ਰਾਸ਼ਟਰਪਤੀ ਸਾਹਿਬ ਸਾਈਨ ਵੀ ਕਰ ਚੁੱਕੇ ਨੇ। ਹੁਣ ਕਿਸਾਨਾਂ ਦੇ ਅੰਦਰ ਇਹੀ ਜਿਹੜਾ ਦਿਮਾਗ ਦੇ ਵਿੱਚ ਪਿਆ ਹੋਇਆ ਹੈ ਕਿ MSP ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ, ਉਹਨੂੰ ਲੈ ਕੇ ਰੌਲਾ ਰੱਪਾ ਪਿਆ ਹੋਇਆ। ਕੋਈ ਕਹਿੰਦਾ ਕਿ ਤੁਹਾਡੀ ਪ੍ਰਧਾਨ ਮੰਤਰੀ ਸਾਹਿਬ ਤੱਕ ਮੁਲਾਕਾਤ ਕਰਾ ਦਾਂਗੇ। ਕੁਦਰਤੀ ਗੱਲ ਹੈ ਕਿ ਜਦੋਂ 31 ਇੱਕ ਅੱਧਾ ਬੰਦਾ ਤਾਂ ਬਹਿਣਾ ਬੜਾ ਔਖਾ ਹੁੰਦਾ ਕਿ ਸੁਰ ਰਲ ਜੇ। ਇੱਥੇ ਤਾਂ 31 ਜਥੇਬੰਦੀਆਂ ਨੇ। ਕੋਈ ਇਹ ਵੀ ਕਹਿੰਦਾ ਸ਼ਾਇਦ ਸਿਆਸੀ ਲੋਕਾਂ ਦੇ ਨਾਲ ਜਾ ਕੇ ਮਿਲ ਨਾ ਜਾਣ। ਤੇ ਆਪਾਂ ਸੁਝਾਅ ਦੀ ਜੇ ਗੱਲ ਕਰੀਏ ਤਾਂ ਤੁਸੀਂ ਉਹਨਾਂ ਨੂੰ ਕੀ ਸੁਝਾਅ ਦੇਣੇ ਚਾਹੋਗੇ ਕਿ ਉਹ ਹੁਣ ਸੰਘਰਸ਼ ਨੂੰ ਕਿੱਦਾਂ ਲੈ ਕੇ ਜਾਣ? ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਨੇ ਤਾਂ ਕੀ ਉੱਥੇ ਸਵਾਲ ਰੱਖਣ, ਕੀ ਹੱਲ ਲੈ ਕੇ ਆਉਣ ਉੱਥੋਂ? ਸੁਖਵਿੰਦਰ ਜੀ, ਬਹੁਤ ਵਧੀਆ ਤੁਸੀਂ ਜਿਹੜਾ ਆਪਣੇ ਇੰਟਰੋਡਕਸ਼ਨ ਦੇ ਵਿੱਚ ਕਿਹਾ ਆ। ਵੇਖੋ, ਜਦੋਂ ਘੋਲ ਲੜਿਆ ਜਾਂਦਾ ਹੈ ਨਾ, ਅਜੇ ਇੱਕ ਕੋਈ ਜਾਤ, ਇੱਕ ਜਮਾਤ ਜਾਂ ਇੱਕ ਬੰਦਾ, ਕੋਈ ਇੱਕ ਪ੍ਰਧਾਨ ਉਹਦੇ ਥੱਲੇ ਲੜਿਆ ਜਾਏ ਤਾਂ ਉਹਦਾ ਇੱਕ ਦਾ ਹੀ ਡਿਸੀਜ਼ਨ ਕਰਨਾ ਜਿਹੜਾ ਹੁੰਦਾ ਆ, ਉਹ ਪਤਾ ਹੁੰਦਾ ਵੀ ਇਹ ਜੋ ਮੁੜ ਤੋਂ ਚੱਲੇ ਸੀ ਉਹਦੇ ਵਿੱਚ ਕਿੱਥੇ ਕਿੱਥੇ ਆਪਾਂ ਕੀ ਸਰ ਕੀਤਾ ਆ, ਕਿੱਥੇ ਕਿੱਥੇ ਆਪਾਂ ਨੂੰ ਖੋਰਾ ਲੱਗਾ ਆ, ਜਾਂ ਕਿੱਥੇ ਨੁਕਸਾਨ ਹੋਇਆ, ਕਿੱਥੇ ਫਾਇਦਾ ਹੋਇਆ। ਤੇ ਉਸ ਗੱਲ ਨੂੰ ਲੈ ਕੇ ਉਹ ਫਿਰ ਅਗਲੀ ਜਿਹੜੀ ਵਿਉਂਤਬੰਦੀ ਆ ਉਹ ਉਵੇਂ ਦੀ ਫਿਰ ਘੜਨ ਦੀ ਕੋਸ਼ਿਸ਼ ਕਰਦਾ ਹੈ। ਪਰੰਤੂ ਇਹਦੇ ਵਿੱਚ ਜਿਹੜਾ ਇਸ ਵੇਲੇ ਅਸੀਂ ਦੇਖ ਰਹੇ ਹਾਂ ਵੀ ਇਸ ਵੇਲੇ ਕਿਸਾਨਾਂ ਨੇ ਦੇਸ਼ ਭਰ ਦੇ ਵਿੱਚ ਜਿਹੜਾ ਇੱਕ ਮੂਵਮੈਂਟ ਚਲਾਈ ਆ, ਇਹ ਲਾਮਿਸਾਲ ਜਿਹੜੀ ਮੂਵਮੈਂਟ ਹੈ ਇਸ ਵੇਲੇ ਬਣ ਚੁੱਕੀ ਆ।
ਇਹ ਜਿਹੜੀ ਸਿਰਫ ਕਿਸਾਨੀ ਦੀ ਮੂਵਮੈਂਟ ਨਾ ਰਹਿ ਕੇ ਇਸ ਵੇਲੇ ਲੋਕ ਮੂਵਮੈਂਟ ਜਿਹੜੀ ਇਹ ਕਹਿ ਸਕਦੇ ਆ ਪੀਪਲ ਮੂਵਮੈਂਟ ਬਣ ਚੁੱਕੀ ਆ, ਤੇ ਇਹਦੇ 'ਚ ਹਰ ਬੰਦੇ ਨੂੰ ਬਹੁਤ ਇਸ ਵੇਲੇ ਇੱਕ ਆਸ ਦੀ ਕਿਰਨ ਵਿੱਚੋਂ ਦਿਸ ਰਹੀ ਹੈ। ਪਰੰਤੂ ਜਦੋਂ ਆਪਾਂ ਪਿਛਲਾ ਇਤਿਹਾਸ ਥੋੜ੍ਹਾ ਜਿਹਾ ਆਪਣਾ ਦੇਖਦੇ ਹਾਂ ਪੰਜਾਬ ਦਾ, ਖਾਸ ਤੌਰ 'ਤੇ ਜੇ ਅਸੀਂ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਮੇਰਾ ਖਿਆਲ ਜਿੰਨੇ ਵੀ ਮੋਰਚੇ ਹੁਣ ਤੱਕ ਲੱਗੇ ਨੇ, ਕਦੀ ਲੋਕਾਂ ਕਰਕੇ ਮੋਰਚਾ ਫੇਲ ਨਹੀਂ ਹੋਇਆ। ਜਦੋਂ ਵੀ ਮੋਰਚੇ 'ਚ ਜਦੋਂ ਅਖੀਰ ਤੇ ਜਾ ਕੇ ਟੇਬਲ ਤੇ ਬੈਠ ਕੇ ਕਿਤੇ ਗੱਲ ਹੋਈ ਆ, ਉਹਦੇ ਵਿੱਚ ਜਿਹੜੀ ਆ ਉੱਤੇ ਹਮੇਸ਼ਾ ਹੀ ਪੰਜਾਬ ਨੇ ਮਾਰ ਖਾਧੀ ਆ। ਜੇ ਮੈਂ ਗੱਲ ਕਰਾਂ ਜਿਹੜੇ ਮਸ਼ਹੂਰ ਆਪਾਂ ਕਹਿ ਲਈਏ ਜਿਹੜਾ ਧਰਮਯੁੱਧ ਮੋਰਚਾ ਸੀ, ਧਰਮਯੁੱਧ ਮੋਰਚਾ ਵੀ ਉਸ ਵੇਲੇ ਵੀ ਹਰ ਪੰਜਾਬੀ ਉਸ ਮੋਰਚੇ ਦੇ ਵਿੱਚ ਜਿਹੜਾ ਸੀ ਉਹ ਆਪਣੇ ਆਪ ਨੂੰ ਸ਼ਿਰਕਤ ਕਰ ਗਿਆ ਸੀ। ਪਰੰਤੂ ਜਦੋਂ ਉਹਦਾ ਅੰਤ ਆ, ਅੰਤ ਦੇ ਵਿੱਚ ਅਸੀਂ ਨੁਕਸਾਨ ਕਿੰਨਾ ਕਰਵਾਇਆ, ਪਰੰਤੂ ਉਹਦੇ 'ਚੋਂ ਨਿਕਲਿਆ ਕੁਛ ਵੀ ਨਹੀਂ। ਆਪਾਂ ਚੰਡੀਗੜ੍ਹ ਨਹੀਂ ਲੈ ਸਕੇ, ਆ ਨਿੱਕੇ ਨਿੱਕੇ ਪੰਜਾਬੀ ਬੋਲਦੇ ਇਲਾਕੇ ਨਹੀਂ ਲੈ ਸਕੇ, ਤੇ ਇੱਕ ਕੁਛ ਵੀ ਨਹੀਂ, ਇੱਕ ਟੁੱਟੀ ਜੀ ਸਰਕਾਰ ਬਣਵਾ ਕੇ ਤੇ ਮੁੜ ਕੇ ਉਦੋਂ ਬਾਅਦ ਆਪਾਂ ਜੇ ਆਪਣੇ ਪਰਿਵਾਰਾਂ ਨੂੰ ਹੀ ਕਿਤੇ ਅੱਗੇ ਕੋਈ ਬੈਨੀਫਿਟ ਦਵਾਏ ਆ, ਪਰ ਲੋਕਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ। ਤੇ ਜੇ ਉਸ ਤੋਂ ਬਾਅਦ ਇੱਕ ਤਾਜ਼ਾ ਜਿਹੜਾ ਆਪਣੇ ਸਾਹਮਣੇ ਇੱਕ ਬਰਗਾੜੀ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਜਿਹੜਾ ਇੱਕ ਮੋਰਚਾ ਲੱਗਾ ਸੀ, ਉਹ ਵੀ ਮੋਰਚਾ ਐਡਾ ਹੀ ਭਖ ਗਿਆ ਸੀ ਜਿਵੇਂ ਦਾ ਆ 25 ਤਰੀਕ ਨੂੰ ਬੰਦ ਸੀ। ਉਹ ਵੀ ਜਦੋਂ ਇੱਕ ਕਾਲ ਉੱਥੇ ਬਰਗਾੜੀ ਦੇ ਵਾਸਤੇ ਦਿੱਤੀ ਗਈ ਸੀ ਤੇ ਉਦੋਂ ਵੀ ਲੋਕਾਂ ਦੇ ਹਜੂਮ ਨੇ ਆਪਣੇ ਘਰੋਂ ਰੋਟੀਆਂ ਪਕਾਈਆਂ, ਆਪਣਾ ਕਿਰਾਇਆ ਖਰਚਿਆ, ਆਪੇ ਕੋਈ ਤੁਰ ਕੇ ਗਿਆ, ਕੋਈ ਸਾਈਕਲ ਤੇ ਗਿਆ, ਕੋਈ ਟਰਾਲੀ ਤੇ ਚੜ੍ਹ ਕੇ ਚੱਲ ਗਿਆ, ਕਿਸੇ ਨੇ ਕਿਸੇ ਨੂੰ ਉਡੀਕਿਆ ਨਹੀਂ। ਹਰ ਬੰਦਾ ਇੱਕ ਦੂਜੇ ਦੇ ਅੱਗੇ ਹੋ ਕੇ ਉੱਥੇ ਮੋਰਚੇ ਦੇ ਵਿੱਚ ਗਿਆ ਤੇ ਬੜਾ ਉਸ ਦਿਨ ਲੱਗਦਾ ਸੀ ਵੀ ਲੈ ਅੱਜ ਸ਼ਾਇਦ ਪੰਜਾਬ ਦਾ ਜਿਹੜਾ ਜੋ ਦੁਖਦਾਈ ਘਟਨਾ ਜਿਹੜੀ ਵਾਪਰੀ ਆ ਕੌਮ ਦੇ ਵਿੱਚ, ਵੀ ਇਹਦਾ ਕੋਈ ਵਧੀਆ ਹੱਲ ਜਿਹੜਾ ਆਪਾਂ ਨੂੰ ਮਿਲੇਗਾ। ਪਰੰਤੂ ਜਦੋਂ ਉਹਦਾ ਅੰਤ ਕੀਤਾ ਤੇ ਲੋਕਾਂ ਦੇ ਵਿੱਚ ਇੰਨੀ ਕਿ ਡਿਮੋਰਲਾਈਜੇਸ਼ਨ ਕਰ ਦਿੱਤੀ ਗਈ ਵੀ ਰਾਤੋਂ ਰਾਤ ਜਿਵੇਂ ਆਪੇ ਟੈਂਟ ਚੁੱਕ ਕੇ ਆਪਣਾ ਹੀ ਤੰਬੂ ਆਪੇ ਸਭ ਕੁਝ ਚੁੱਕ ਕੇ ਭੱਜ ਗਏ ਤੇ ਕੌਮ ਦੇ ਹਿੱਸੇ ਕੁਝ ਵੀ ਨਾ ਆਇਆ। ਤੇ ਅੱਜ ਵੀ ਕੌਮ ਉੱਥੇ ਹੀ ਖੜੀ ਆ। ਤੇ ਇਸ ਕਰਕੇ ਆਪਾਂ ਨੂੰ ਮੈਂ ਕਹਿੰਦਾ ਵੀ ਪਿਛਲਾ ਇਤਿਹਾਸ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ ਜਦੋਂ ਆਪਾਂ ਅਗਲਾ ਮੋਰਚਾ ਲੜ ਰਹੇ ਹਾਂ। ਅੱਜ ਮੋਰਚਾ ਜਿਹੜਾ ਬਿਲਕੁਲ ਕਿਸਾਨੀ ਦੇ ਬਿਲਕੁਲ ਸਿਖਰਾਂ ਦੇ ਉੱਤੇ ਲੈ ਕੇ ਗਏ ਨੇ। ਹੁਣ ਜਿਵੇਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਵੀ ਸਰਕਾਰ ਵਾਲੇ ਬੰਨਿਓਂ ਸੱਦੇ ਆ ਰਹੇ ਨੇ, ਕੋਈ ਫੀਲੇ ਵਿੱਚ ਪਾਏ ਜਾ ਰਹੇ ਨੇ, ਕੋਈ ਅਫਸਰ ਵੀ ਆਉਣਗੇ, ਕੋਈ ਪੋਲੀਟੀਸ਼ੀਅਨ ਵੀ ਆਉਣ ਦੀ ਕੋਸ਼ਿਸ਼ ਕਰਨਗੇ। ਪਰੰਤੂ ਇਹ ਆ ਵੀ ਪਹਿਲੀ ਗੱਲ ਤੇ ਇਸ ਵੇਲੇ ਹੁਣ ਟੇਬਲ ਤੇ ਆਪਾਂ ਜਦੋਂ ਬਹਿਣਾ ਆ, ਟੇਬਲ ਦੇ ਉੱਤੇ ਆਪਣੀ ਉਸ ਜਾਣ ਤੋਂ ਪਹਿਲਾਂ ਤਿਆਰੀ ਜਿਹੜੀ ਆ ਨਾ, ਇੱਕ ਚੰਗੇ ਤਕੜੇ ਸੈਮੀਨਾਰ ਸਮਝ ਲਓ ਵੀ ਜਿਹੜਾ ਤੁਹਾਡੀ ਜ਼ਿੰਦਗੀ ਦਾ ਲਾਸਟ PhD ਕਰਨ ਵਾਸਤੇ ਜਿਹੜਾ ਤੁਹਾਡਾ ਲਾਸਟ ਸੈਮੀਨਾਰ ਹੁੰਦਾ ਨਾ, ਜਿੱਥੋਂ ਤੁਹਾਨੂੰ ਡਿਗਰੀ ਮਿਲਣੀ ਹੁੰਦੀ ਆ, ਉਹਨੇ ਤੁਹਾਡਾ ਗਾਂ ਸਾਰਾ ਕੈਰੀਅਰ ਬਣਾਉਣਾ ਹੁੰਦਾ, ਉਨੀ ਤਿਆਰੀ ਬੰਦੇ ਨੂੰ ਕਰਕੇ ਜਾਣਾ ਚਾਹੀਦਾ ਹੈ। ਇਹ ਨਾ ਹੋਏ ਆਪਾਂ ਹੁਣ ਇੱਥੇ ਲਾਈਨਾਂ ਦੇ ਉੱਤੇ ਵੀ ਇੰਨਾ ਵਧੀਆ ਕਰ ਲਿਆ ਸ਼ੋਅ, ਕੱਲਾ ਕੱਲਾ ਲੇਡੀਜ਼ ਸਾਡੀਆਂ ਘਰਾਂ 'ਚੋਂ ਨਿਕਲ ਕੇ ਆਈਆਂ, ਬੱਚੇ ਸਕੂਲਾਂ ਦੇ ਵਿੱਚੋਂ ਕੰਮ ਛੱਡ ਕੇ ਸਾਡੇ ਨਾਲ ਬੈਠ ਗਏ, ਤੇ ਡੰਗਰ ਵੀ ਸਾਡੇ ਜਿਹੜੇ ਆ ਉਹ ਵੀ ਸੜਕਾਂ ਉਹ ਵੀ ਆਪਾਂ ਲਾਈਨਾਂ ਦੇ ਉੱਤੇ ਲੈਂਦੇ ਆ। ਹੁਣ ਤੇ ਕੋਈ ਪਸ਼ੂ ਪੰਛੀ ਤੇ ਜਾਨਵਰ ਆਦਮੀ ਭੈਣ ਭਰਾ ਬੱਚਾ ਕੋਈ ਰਿਹਾ ਨਹੀਂ ਜਿਹੜਾ ਇਸ ਮੂਵਮੈਂਟ ਦੇ ਵਿੱਚ ਨਹੀਂ। ਪਰੰਤੂ ਇਹ ਨਾ ਹੋਏ ਵੀ ਹੁਣ ਜਿੱਥੇ ਟੇਬਲ ਦੇ ਉੱਤੇ ਬੈਠਣਾ ਆ ਉੱਥੇ ਜਾ ਕੇ ਆਪਾਂ ਕਿਸੇ ਦਾ ਡਰ ਭੈ ਮੰਨ ਕੇ ਜਾਂ ਕੋਈ ਐਵੇਂ ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ ਜਾਂ ਐਵੇਂ ਕੋਈ ਨਿੱਕੀ ਜਿਹੀ ਕਿਸੇ ਗੱਲ ਦਾ ਆਪਾਂ ਸੋਚ ਕੇ ਵੀ ਇਹਦਾ ਆਹ ਚਲੋ ਹੋ ਜਾਊਗਾ, ਇਹੋ ਜਿਹਾ ਆਸ਼ਵਾਸਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਆ ਗੱਲ ਨਹੀਂ ਤੋੜਨੀ ਚਾਹੀਦੀ। ਬਿਲਕੁਲ, ਮਤਲਬ ਕਿ ਪੂਰਾ ਆਪਣੇ ਵੱਲੋਂ ਤਿਆਰੀ ਕਰਕੇ ਜਾਣੀ ਚਾਹੀਦੀ। ਜਿਵੇਂ ਤੁਸੀਂ ਕਹਿ ਰਹੇ ਹੋ 31 ਕਿਸਾਨ ਜਥੇਬੰਦੀਆਂ ਦੇ ਕਈ ਨੁਮਾਇੰਦੇ ਜਾ ਕੇ ਕੈਪਟਨ ਸਾਹਿਬ ਨੂੰ ਮਿਲੇ, ਉੱਥੇ ਜਾ ਕੇ ਗੱਲਬਾਤ ਹੋਈ। ਇਸੇ ਤਰ੍ਹਾਂ ਜੇ ਪ੍ਰਧਾਨ ਮੰਤਰੀ ਸਾਹਿਬ ਸਾਦੇ ਨੇ ਤਾਂ ਉੱਥੇ ਲੱਗਦਾ ਕਿ 31 ਦੇ 31 ਨੂੰ ਜਾਣਾ ਚਾਹੀਦਾ ਹੈ, ਜਾਂ ਲੱਗਦਾ ਕਿ 31 ਦੇ 31 ਏਕਾ ਬਣਾ ਕੇ ਜਾ ਸਕਦੇ ਨੇ, ਜਾਂ ਉੱਥੋਂ ਕੋਈ ਚੰਗੀ ਗੱਲ ਲਿਆ ਸਕਦੇ ਨੇ, ਤੇ ਜੇ ਲਿਆਉਣ ਵੀ ਤੇ ਕਿਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ? ਸੁਖਵਿੰਦਰ ਜੀ, ਪਹਿਲੀ ਗੱਲ ਮੈਂ ਇਹਦੇ 'ਚ ਇੱਕ ਕਿਸਾਨ ਵੀਰਾਂ ਨੂੰ, ਵੈਸੇ ਤਾਂ ਜਿਹੜੇ ਘੋਲ ਲੜ ਰਹੇ ਹੁੰਦੇ ਨੇ ਉਹ ਆਪ ਵੀ ਬਥੇਰੇ ਸੁਚੇਤ ਹੁੰਦੇ ਨੇ। ਇਹ ਜਿਹੜੇ ਘੋਲ ਲੜ ਰਹੇ ਨੇ ਬੜੇ ਪੁਰਾਣੇ ਘਲਾਟੀਏ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਉਹ ਨੇ। ਪਰੰਤੂ ਫਿਰ ਵੀ ਜਦੋਂ ਘੋਲ ਲੜਦੇ ਨੇ ਨਾ, ਭਾਵੇਂ ਜਦੋਂ ਦੋ ਭਲਵਾਨ ਘੋਲ ਰਹੇ ਹੁੰਦੇ ਨੇ ਜਿਹੜੇ ਕਿ ਆਪ ਦਿਨ ਰਾਤ ਜਿਨ੍ਹਾਂ ਪ੍ਰੈਕਟਿਸ ਕੀਤੀ ਹੁੰਦੀ ਆ, ਪਰ ਬਾਹਰੋਂ ਦੱਸਣ ਵਾਲੇ ਕਈ ਵਾਰੀ ਕਹਿਣਗੇ ਨਹੀਂ ਨਹੀਂ ਉਹ ਲੱਤ ਫੜ ਲਾਓ, ਇਹਦੀ ਬਾਂਹ ਫੜ ਲਾਓ, ਇਹਦੀ ਧੌਣ ਤੇ ਰੱਖੋ, ਇੱਧਰ ਨੂੰ ਰੱਖ। ਉਹਦੇ ਵਿੱਚ ਵੀ ਕਈ ਵਾਰੀ ਵਜਨ ਹੁੰਦਾ ਹੈ। ਕਈ ਵਾਰੀ ਜਦੋਂ ਤੁਸੀਂ ਘੋਲ ਦੇ ਵਿੱਚ ਹੁੰਦੇ ਜੇ ਉਹ ਗੱਲਾਂ ਤੋਂ ਤੁਸੀਂ ਨਹੀਂ ਧਿਆਨ ਕਈ ਵਾਰੀ ਤੁਹਾਡਾ ਉਧਰ ਨੂੰ ਜਾਂਦਾ, ਜਿਹੜਾ ਕਿ ਜੇ ਕੋਈ ਬਾਹਰੋਂ ਤੁਹਾਨੂੰ ਉਸ ਗੱਲ ਬਾਰੇ ਕੋਈ ਆਪਣਾ ਸੁਝਾਅ ਦਿੰਦਾ ਹੈ ਤੇ ਉਹਨੂੰ ਮੰਨ ਲੈਣਾ ਚਾਹੀਦਾ। ਇਹਦੇ ਲਈ ਮੈਂ ਕਿਸਾਨ ਵੀਰਾਂ ਨੂੰ ਇਹੀ ਵੱਡੀ ਗੱਲ ਕਰੂੰਗਾ, ਇਹ ਜਿੰਨੇ ਲੀਡਰ ਨੇ ਦੇਖੋ ਸ਼ਾਇਦ 31 ਨੂੰ ਤੇ ਉਹਨਾਂ ਨੇ ਕਿਤੇ ਵੀ ਇੰਟਰ ਨਹੀਂ ਕਰਨ ਦੇਣਾ। ਹਮੇਸ਼ਾ ਜਦੋਂ ਡੈਲੀਗੇਸ਼ਨ ਹੁੰਦਾ ਆ,
ਜੇ ਵੱਡਾ ਬਹੁਤਾ ਡੈਲੀਗੇਸ਼ਨ ਹੋਏ ਤੇ ਵੱਡੇ ਡੈਲੀਗੇਸ਼ਨ ਦੇ ਵਿੱਚ ਉਨੀਆਂ ਕਨਫਿਊਜ਼ਨਸ ਜ਼ਿਆਦਾ ਹੁੰਦੀਆਂ ਨੇ। ਉੱਥੇ ਫਿਰ ਹਰ ਬੰਦਾ ਲੀਡਰ ਜਿਹੜਾ ਹੁੰਦਾ ਨਾ, ਕਈ ਵਾਰੀ ਉਹਨੂੰ ਹੁੰਦਾ ਵੀ ਲੈ ਮੈਂ ਕਿਉਂ ਨਹੀਂ ਬੋਲਿਆ ਯਾਰ, ਮੈਂ ਵੀ ਬੋਲਣਾ ਸੀ, ਤੇ ਉਹ ਬੋਲਦਿਆਂ ਕੋਈ ਇਹੋ ਜਿਹੀ ਲੂਜ਼ ਟਾਕ ਕਈ ਗੱਲ ਕਰ ਜਾਂਦਾ ਹੁੰਦਾ ਆ, ਜਿਹਦੇ ਨਾਲ ਕਿ ਤੁਹਾਡਾ ਸਾਰਾ ਪ੍ਰੈਸ਼ਰ ਜਿਹੜਾ ਬਣਿਆ ਬਣਾਇਆ ਆ ਉਹ ਪਿੱਛੇ ਆ ਜਾਂਦਾ। ਕਿਉਂਕਿ ਮੈਨੂੰ ਇਸ ਗੱਲ ਦਾ ਐਕਸਪੀਰੀਅੰਸ ਹੈ, ਅਸੀਂ ਵੀ ਜਦੋਂ ਆਪਣੀ ਜਮਾਤ ਸਰਵਿਸ ਕਰਦੇ ਸੀ, ਸਾਡੀ ਐਗਰੀਕਲਚਰ ਟੈਕਨੋਕ੍ਰੇਟਸ ਐਕਸ਼ਨ ਕਮੇਟੀ ਨੇ 791 ਦਿਨ ਦਾ ਇੱਕ ਬਹੁਤ ਲੰਬਾ ਘੋਲ ਅਸੀਂ ਲੜਿਆ ਸੀ। ਉਹਦੇ ਵਿੱਚ ਅਸੀਂ ਬੜੇ ਗਵਰਨਰਾਂ ਨੂੰ, ਪੋਲੀਟੀਕਲ ਬੰਦਿਆਂ ਨੂੰ, ਤੇ ਆ ਜਿੰਨੇ ਸੀ CM ਵਗੈਰਾ, ਇਹਨਾਂ ਸਾਰਿਆਂ ਨੂੰ ਮਿਲਦੇ ਰਹੇ ਸੀ। ਉੱਥੇ ਸਾਡਾ ਵੀ ਇਹੀ ਹੁੰਦਾ ਸੀ ਵੀ ਉੱਥੇ ਬੋਲਣ ਵਾਸਤੇ 2 ਜਾਂ 3 ਬੁਲਾਰੇ ਹੀ ਨਿਸ਼ਚਿਤ ਕੀਤੇ ਜਾਂਦੇ ਹੁੰਦੇ ਸੀ। ਹਾਂ ਬਾਕੀ ਜਾਓ, ਬਾਕੀ ਨਾਲ ਜਾਓ ਵੀ ਬਾਹਰੋਂ ਦਿਸੇ ਵੀ ਇਹਨਾਂ ਦੇ ਮਗਰ ਇੱਕ ਜਮਾਤ ਆ, ਪਰ ਸਾਰਿਆਂ ਨੇ ਅੰਦਰ ਨਹੀਂ ਜਾਣਾ, ਤੇ ਅੰਦਰ ਜਾ ਕੇ ਫਿਰ ਸਾਰਿਆਂ ਨੇ ਬੋਲਣਾ ਨਹੀਂ। ਅੰਦਰ ਜਿਸ ਨੇ ਬੋਲਣਾ ਆ ਉਹਦੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ। ਤੇ ਇਹ ਮੈਂ ਕਿਸਾਨ ਵੀਰਾਂ ਨੂੰ, ਲੀਡਰਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਤੁਸੀਂ 31 ਬੰਦੇ ਇੱਥੇ ਪੰਜਾਬ ਦੇ ਵਿੱਚ ਇਸ ਵੇਲੇ ਇਕੱਠੇ ਜੇ, ਤੇ ਜੇ ਤੁਹਾਨੂੰ ਕਰਨ ਦੀ ਹੁਣ ਟਾਕ ਦੀ ਆਉਂਦੀ ਆ, ਤੇ ਇਹਦੇ ਲਈ ਤੁਸੀਂ ਇੱਕ ਪੂਰਾ ਆਪਣਾ ਇੱਕ ਪਹਿਲੋਂ ਸੈਮੀਨਾਰ ਟਾਈਪ ਆਪਣਾ ਕਰੋ, ਮੀਟਿੰਗਾਂ ਕਰੋ, 2 ਕਰੋ, 3 ਕਰੋ, 4 ਕਰੋ। ਮੈਂ ਨਾ ਵੀ 3 ਕਾਨੂੰਨ ਬਣੇ ਨੇ, 3 ਕਾਨੂੰਨਾਂ ਦੇ ਉੱਤੇ ਤੁਸੀਂ ਅੱਡ-ਅੱਡ ਗਰੁੱਪ ਬਣਾਓ। ਅੱਡ-ਅੱਡ ਗਰੁੱਪ ਦੇ ਵਿੱਚ ਵੀ ਜਿਹੜੇ ਕਾਨੂੰਨ ਦੇ ਵਿੱਚ ਜਿੰਨੀਆਂ ਗਾ ਮਦਾਂ ਨੇ, ਹਰ ਮੱਦ ਦੇ ਉੱਤੇ ਇੱਕ ਗੱਲ ਜਿਹੜੀ ਆ ਉਹ ਕੀਤੀ ਜਾਏ, ਤੇ ਇੱਕ ਗਰੁੱਪ ਉਹਦੇ ਤੇ ਡਿਸਕਸ ਕਰੇ ਵੀ ਇਹ ਜਿਹੜੀ ਮੱਦ ਆ ਇਹਦੇ ਉੱਤੇ ਆਪਾਂ, ਜਿਵੇਂ MSP ਦੀ ਗੱਲ ਆ, ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਤੁਹਾਨੂੰ ਵੀ ਪੰਜਾਬ ਦਾ ਕੇਸ ਵੀਕ ਕਿਵੇਂ ਹੁੰਦਾ ਸੀ। ਮੈਂ ਉਹਦੇ 'ਚ ਇਹ ਗੱਲ ਕਰੂੰਗਾ ਵੀ ਜਦੋਂ ਵੀ ਸਾਨੂੰ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਦਾ ਜਿਹੜਾ ਉਹ ਹਰ ਸਾਲ ਮੀਟਿੰਗ ਕਰਦੇ ਆ ਫਸਲਾਂ ਬਿਜਾਈ ਤੋਂ ਪਹਿਲਾਂ, ਤੇ ਸੁਝਾਅ ਮੰਗੇ ਜਾਂਦੇ ਨੇ ਕਿਸਾਨਾਂ ਤੋਂ ਵੀ, ਸਰਕਾਰ ਤੋਂ ਵੀ, ਯੂਨੀਵਰਸਿਟੀਆਂ ਤੋਂ ਵੀ, ਤੇ ਹੋਰ ਜਿਹੜੇ ਸੰਬੰਧਿਤ ਅਦਾਰੇ ਹੁੰਦੇ ਉਹਨਾਂ ਸਾਰਿਆਂ ਨੂੰ ਉਹ ਕਾਲ ਕਰਦੇ ਨੇ ਦਿੱਲੀ ਦੇ ਵਿੱਚ, ਤੇ ਉਹਨਾਂ ਤੋਂ ਸੁਝਾਅ ਮੰਗੇ ਜਾਂਦੇ ਨੇ ਤੇ ਰეკਮੈਂਡੇਸ਼ਨਾਂ ਲਈਆਂ ਜਾਂਦੀਆਂ ਨੇ। ਪਰੰਤੂ ਮੈਂ ਜਿੰਨਾ ਕੁ ਆਪਣੇ ਐਕਸਪੀਰੀਅੰਸ ਦੇ ਵਿੱਚ ਵੇਖਿਆ ਆ, ਅਸੀਂ ਦੇਖਿਆ ਵੀ ਇਹਦੇ ਉੱਤੇ ਜਿਹੜਾ ਪੰਜਾਬ ਦਾ ਕੇਸ ਸੀ, ਪੰਜਾਬ ਦੇ ਕੇਸ ਨੂੰ ਅਸੀਂ ਇੱਕ ਕੇਸ ਦੇ ਤੌਰ ਤੇ ਅਸੀਂ ਤਾਂ ਕਦੀ ਵੀ ਪ੍ਰੈਜ਼ੈਂਟ ਨਹੀਂ ਸੀ ਕਰ ਸਕੇ, ਕਿਉਂਕਿ ਉਹਦੇ ਵਿੱਚ ਹੁੰਦਾ ਸੀ ਇੱਕ ਕਾਲ ਆ ਗਈ ਡਾਇਰੈਕਟਰ ਨੂੰ, ਇੱਕ ਡਾਇਰੈਕਟਰ ਲੈਵਲ ਦੇ ਉੱਤੇ ਰეკਮੈਂਡੇਸ਼ਨ ਬਣ ਗਈ, ਇੱਕ ਯੂਨੀਵਰਸਿਟੀ ਨੇ ਆਪਣੇ ਪੱਧਰ ਦੇ ਉੱਤੇ ਰეკਮੈਂਡੇਸ਼ਨ ਬਣਾ ਲਈ, ਖੇਤੀਬਾੜੀ ਸਾਨੂੰ ਕਈ ਵਾਰੀ ਆਦੇਸ਼ ਦਿੱਤਾ ਜਾਂਦਾ ਸੀ ਵੀ ਅੱਜ ਇਸ ਜ਼ਿਲ੍ਹੇ ਦੇ ਵਿੱਚੋਂ ਐਰਕਾਂ 2-3 ਬੰਦਿਆਂ ਨੂੰ ਭੇਜੋ, ਅਸੀਂ ਉਹਨਾਂ ਨੂੰ ਤਿਆਰੀ ਕਰਾ ਕੇ ਭੇਜ ਦੇਣਾ। ਉੱਧਰੋਂ ਮੰਡੀ ਬੋਰਡ ਨੇ ਆਪਣਾ ਦੇ ਦੇਣਾ, ਜਿਹੜਾ ਦੂਸਰਾ ਆ ਫੂਡ ਸਪਲਾਈ ਮਹਿਕਮਾ, ਇਹ ਆਪਣੀ ਰეკਮੈਂਡੇਸ਼ਨ ਲੈ ਕੇ ਚੱਲ ਜਾਂਦਾ ਸੀ। ਹੁਣ ਇੱਕ ਜੱਜ ਦੇ ਗਾੜੀ ਤੁਸੀਂ 4 ਫੈਸਲੇ ਇੱਕ ਹੀ ਕਿਸਾਨ ਦੇ ਜਿਹੜੇ ਅਫੈਕਟ ਕਰਨੇ ਆ, ਜਦੋਂ 4 ਕੇਸ ਉਹਦੇ ਗਾੜੀ ਰੱਖ ਦੋਗੇ ਤੇ ਜਿੰਨੇ ਫਿਰ ਘੱਟ ਤੋਂ ਘੱਟ ਮੰਗਿਆ ਹੋਊਗਾ ਉਹਨੇ ਕਹਿਣਾ ਵੀ ਲੈ ਵੀ ਤੁਹਾਡੀ ਮੰਗ ਪ੍ਰਵਾਨ ਕਰ ਲਈ ਅਸੀਂ। ਤੇ ਕੀ ਇਹ ਮੈਂ ਸੋਚਦਾ ਹੁੰਦਾ ਸੀ ਵੀ ਕੀ ਇਹ 4-5 ਜਿਹੜੇ ਸਰਕਾਰੀ ਮਹਿਕਮੇ ਨੇ, ਇਹ ਤੇ ਨਹੀਂ ਕੋਈ ਵੀ ਇਹ ਸਰਕਾਰ ਦੇ ਅੰਡਰ ਨਹੀਂ ਆਉਂਦੇ, ਵੀ ਵਾਈ ਨਾਟ ਇਹਨਾਂ ਦਾ ਕੇਸ ਤਿਆਰ ਕਰਕੇ ਸਾਰਿਆਂ ਦੀ ਰਾਏ ਲੈ ਕੇ ਇੱਕ ਕੇਸ ਬਣਾ ਕੇ ਕਿਉਂ ਨਹੀਂ ਭੇਜਿਆ ਜਾਂਦਾ, ਤਾਂ ਕਿ ਜੇ ਜਿਹੜੀ ਰੇਟ ਮੰਗਾਂਗੇ ਉਹ ਇੱਕ ਤੇ ਮੰਗਾਂਗੇ। ਹੁਣ ਯੂਨੀਵਰਸਿਟੀ ਨੇ ਕੁਛ ਮੰਗ ਲਿਆ, ਡਾਇਰੈਕਟੋਰੇਟ ਨੇ ਕੁਛ ਮੰਗ ਲਿਆ, ਥੱਲੇ ਕਿਸਾਨ ਗਏ ਉਹਨਾਂ ਨੇ ਹੋਰ ਮੰਗ ਲਿਆ, ਮੰਡੀ ਬੋਰਡ ਹੋਰ ਮੰਗਿਆ, ਤੇ ਉਹ ਜਿਹੜਾ ਦੂਸਰਾ ਫੂਡ ਸਪਲਾਈ ਹੈ ਉਹਨੇ ਹੋਰ ਮੰਗ ਲਿਆ, ਤੇ ਉਹਦੇ ਨਾਲ ਕਨਫਿਊਜ਼ਨ ਕ੍ਰੀਏਟ ਕਰ ਲੈਂਦੇ ਸੀ। ਮੈਂ ਨਾ ਵੀ ਇਸੇ ਤਰ੍ਹਾਂ ਇੱਥੇ ਵੀ ਜਦੋਂ ਹੁਣ ਆਪਾਂ ਸਰਕਾਰ ਕੋਲ ਜਾਣਾ ਆ, ਆਪਾਂ ਇਹ ਤਰ੍ਹਾਂ ਦੀ ਦਚਿੱਤੀ ਕਿਤੇ ਨਾ ਰੱਖੀ। ਨਹੀਂ, ਤੁਸੀਂ ਉਸ ਗੱਲ ਤੇ ਆ ਰਹੇ ਸੀ ਕਿ ਇਹਨਾਂ ਨੂੰ ਇੱਕ ਸੁਝਾਅ ਦੇਣਾ ਚਾਹੀਦਾ, ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਕਿਉਂ ਨਹੀਂ ਇੱਕ ਸੁਝਾਅ ਦਿੰਦੇ, ਕਿਉਂ ਨਹੀਂ ਇਕਜੁੱਟ ਹੁੰਦੇ, ਕਿਹਨੂੰ ਜ਼ਿੰਮੇਵਾਰ ਮੰਨਦੇ ਉੱਥੇ? ਨਹੀਂ, ਜ਼ਿੰਮੇਵਾਰ ਤੇ ਇਹਦੇ 'ਚ ਅਖੀਰ ਤੇ ਸਰਕਾਰ ਹੀ ਆਊਗੀ। ਇਹ ਰੋਲ ਤੇ ਸਰਕਾਰ ਦਾ ਹੀ ਹੁੰਦਾ ਆ ਵੀ ਸਰਕਾਰ ਨੇ, ਜਿਹੜੇ ਸਰਕਾਰ ਦੇ ਸੈਕਟਰੀ ਹੁੰਦੇ ਨੇ, ਉਹਨਾਂ ਦੇ ਫਾਈਨੈਂਸ਼ੀਅਲ ਕਮਿਸ਼ਨਰ ਹੁੰਦੇ ਨੇ, ਹੋਰ ਉਹਨਾਂ ਨੇ ਕੀ ਕਰਨਾ? ਜੇ ਪੰਜਾਬ ਦੀ ਪਲੈਨਿੰਗ ਉਹਨਾਂ ਨੇ ਕਰਨੀ ਆ, ਪਲੈਨਿੰਗ ਸਾਰੀ ਸੈਕਟਰੀ ਦੇ ਹੱਥ ਆ, ਸੈਕਟਰੀ ਨੇ ਕਰਨੀ ਆ। ਉਹਨੇ ਗਾਂ ਉਹਦੀ ਮਦਦ ਵਾਸਤੇ ਉਹਨੇ ਗਾਂ ਫਾਰਮਰਸ ਕਮਿਸ਼ਨ ਵੀ ਬਣਾਇਆ ਆ, ਡਾਇਰੈਕਟਰ ਐਗਰੀਕਲਚਰ ਵੀ ਆ, ਹੋਰ ਅਦਾਰੇ ਵੀ, ਮੰਡੀ ਬੋਰਡ ਵੀ ਉਹਦਾ ਹੀ ਆ, ਫੂਡ ਸਪਲਾਈ ਨੂੰ ਵੀ ਉਹ ਪੁੱਛ ਸਕਦੇ ਨੇ, ਹੋਰ ਜਿਹੜੇ ਅਦਾਰੇ ਦੀ ਉਹਨਾਂ ਨੇ ਮਦਦ ਲੈਣੀ ਲੈ ਸਕਦੇ ਨੇ। ਇਹ ਪਲੈਨਿੰਗ ਤੇ ਸਾਰੀ ਉਸ ਲੈਵਲ ਤੇ ਹੀ ਕੀਤੀ ਜਾਣੀ, ਤੇ ਇਹ ਉਹਨਾਂ ਦੀ ਹੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਪਹਿਲੋਂ ਸਾਰਿਆਂ ਨੂੰ ਇਕੱਠੇ ਬਿਠਾਉਣ। ਉਹਨਾਂ 'ਚ ਇੱਕ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਬਿਲਕੁਲ ਜੈਨੂਅਨ ਹੈ, ਜਦੋਂ ਉੱਥੇ ਡਿਸਕਸ਼ਨ ਹੋਊਗੀ, ਇੱਕ ਰੇਟ ਜਿਹੜਾ ਬਣੂਗਾ, ਉਸ ਰੇਟ ਨੂੰ ਜਦੋਂ ਅਸੀਂ ਸਾਹਮਣੇ ਲੈ ਕੇ ਜਾਵਾਂਗੇ ਤੇ ਉਹਦੇ ਕੁਦਰਤੀ ਗੱਲ ਹੈ ਉਹਦੀ ਵੈਲਿਡਿਟੀ ਵੀ ਬਣੂਗੀ ਤੇ ਉਹਦਾ ਪ੍ਰੈਸ਼ਰ ਵੀ ਬਣੂਗਾ। ਮਤਲਬ ਇਹੀ ਹੈ ਕਿ ਹੁਣ ਤੱਕ ਇਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਇਸੇ ਕਰਕੇ ਸੰਕਟ ਵੱਧਦਾ ਜਾ ਰਿਹਾ। ਨਾ ਪਿਛਲੀਆਂ ਸਰਕਾਰਾਂ ਨੇ ਲਿਆ, ਨਾ ਹੁਣ ਦੀ ਸਰਕਾਰ ਕੋਈ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਕਿ ਅਸੀਂ ਸੋਚੀਏ ਆ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਅੱਜ ਇੱਕ ਵੱਡੀ ਗਲਤੀ ਸਾਡੇ ਸਾਹਮਣੇ ਆ ਰਹੀ ਹੈ ਕਿ ਆਹ ਕੁਝ ਹੋ ਰਿਹਾ।
ਸੁਖਵਿੰਦਰ ਬਿਲਕੁਲ, ਮੈਂ ਪਹਿਲੀ ਆਪਾਂ ਜਿਹੜੀ ਗੱਲਬਾਤ ਕੀਤੀ ਸੀ ਉਹਦੇ ਵਿੱਚ ਵੀ ਇਸ ਵਿਸ਼ੇ ਦੇ ਉੱਤੇ ਗੱਲ ਕੀਤਾ ਹੈ ਵੀ ਜਿਹੜਾ ਖੇਤੀਬਾੜੀ ਦੇ ਉੱਤੇ ਸੀਰੀਅਸਨੈਸ ਜਿਹੜੀ ਹੈ, ਖੇਤੀ ਇੱਕ ਨਾ ਕਿਸਾਨ ਦੀ ਖੇਤੀ ਕਰਕੇ ਇਹਨੂੰ ਅਨਪੜ੍ਹ ਜਿਹੀ ਜਿਵੇਂ ਕਹਿ ਦਿੰਦੇ ਆ ਨਾ ਵੀ ਕੰਮ ਜਿਹਾ ਆ, ਵੀ ਇਹਦੇ ਲਈ ਏਡੀ ਸੀਰੀਅਸਨੈਸ ਵਾਲਾ ਮਸਲਾ ਕਿਤੇ ਨਹੀਂ ਬਹੁਤਾ ਦੇਖਿਆ ਗਿਆ। ਜੇ ਕਿਤੇ ਕੀਤਾ ਵੀ ਆ ਮਾੜਾ ਮੋਟਾ ਤੇ ਉਹਦੇ ਵਿੱਚ ਉਹਦੀਆਂ ਊਣਤਾਈਆਂ ਬਹੁਤੀਆਂ ਨੇ ਤੇ ਉਹਦੇ ਜਿਹੜੇ ਪੋਜ਼ਿਟਿਵ ਪੁਆਇੰਟ ਬਹੁਤ ਘੱਟ ਕਿਤੇ ਉਹ ਨਿਕਲਦੇ ਹੁੰਦੇ ਨੇ। ਇਸ ਕਰਕੇ ਮੈਂ ਕਹਿੰਦਾ ਵੀ ਇਹਦੇ ਲਈ ਸੀਰੀਅਸਨੈਸ ਹੋਣਾ ਚਾਹੀਦਾ ਆ। ਜੇ ਆਪਾਂ ਫਾਰਮਰਸ ਕਮਿਸ਼ਨ ਬਣਾਇਆ, ਫਾਰਮਰ ਕਮਿਸ਼ਨ ਦੀਆਂ ਮੇਰੇ ਖਿਆਲ ਇਹੋ ਜਿਹੀਆਂ ਉਹਨੂੰ ਗਾਈਡਲਾਈਨ ਦੇਣੀਆਂ ਚਾਹੀਦੀਆਂ, ਇਹ ਕੰਮ ਉਹਨਾਂ ਦੇ ਹਿੱਸੇ ਸੌਂਪ ਦਿੱਤਾ ਜਾਏ ਵੀ ਫਾਰਮਰ ਕਮਿਸ਼ਨ ਆ, ਤੁਸੀਂ ਸਾਰਿਆਂ ਨੂੰ ਇਕੱਠੇ ਕਰੋ, ਤੁਸੀਂ ਬਾਹਰੋਂ ਵੀ ਸੁਝਾਅ ਲਓ, ਲੋਕਾਂ ਦੇ ਵੀ ਲਓ, ਜਿਹੜੇ ਆ ਡਿਪਾਰਟਮੈਂਟ ਨੇ ਉਹਨਾਂ ਦੇ ਵੀ ਲਓ, ਫਿਰ ਤੁਸੀਂ ਇੱਕ ਉਹਦਾ ਕੇਸ ਬਣਾ ਕੇ ਤੁਸੀਂ ਉਹਨੂੰ ਰੀਪ੍ਰੈਜ਼ੈਂਟ ਕਰੋ, ਤਾਂ ਕਿ ਆਪਾਂ ਜਿਹੜਾ ਕੇਸ ਸੋਲਿਡ ਕੇਸ ਜੇ ਕਿਤੇ ਜਾਊਗਾ ਕਿਸੇ ਦੇ ਉਹਦੇ 'ਤੇ ਉਹਨੂੰ ਪ੍ਰੈਸ਼ਰ ਵੀ ਹੋਊਗਾ ਤੇ ਉਹਨੂੰ ਮੰਨਣ ਦਾ ਉਹ ਪਾਬੰਦ ਵੀ ਹੋਊਗਾ। ਇਹਦੇ ਲਈ ਤੇ ਮੈਂ ਬੜੀ ਸੁਝਾਅ ਪਹਿਲਾਂ ਵੀ ਦਿੱਤਾ ਸੀ ਵੀ ਇੱਕ ਨਹੀਂ ਮੰਗਿਆ ਗਿਆ ਸੀ ਵੀ ਦੱਸੋ ਵੀ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਇਹਦੇ ਬਾਰੇ ਤੁਸੀਂ ਕੋਈ ਤੁਹਾਡੇ ਸੁਝਾਅ ਕੀ ਆ। ਤੇ ਉਦੋਂ ਵੀ ਸੁਝਾਅ ਜਿਹੜੇ ਦਿੱਤੇ ਗਏ ਸੀ, ਮੇਰਾ ਖਿਆਲ ਨਹੀਂ, ਪਤਾ ਨਹੀਂ ਉੱਥੋਂ ਤੱਕ ਪਹੁੰਚੇ ਕਿ ਨਹੀਂ ਪਹੁੰਚੇ, ਪਰੰਤੂ ਮੈਨੂੰ ਇੱਕ ਦੋ ਥਾਵਾਂ ਤੋਂ ਆਇਆ ਸੀ ਵੀ ਦੱਸੋ ਜੀ ਕੀ ਹੋਣਾ ਚਾਹੀਦਾ, ਤੁਹਾਡਾ ਐਕਸਪੀਰੀਅੰਸ ਆ। ਚਲੋ ਕੰਮ ਕਰਕੇ ਮੰਨ ਲੈਂਦੇ ਸੀ। ਤੇ ਮੈਨੂੰ ਕਿਹਾ ਸੀ, ਮੈਂ ਕਿਹਾ ਪਹਿਲਾਂ ਉਹਨਾਂ ਨੂੰ ਕਹੋ ਵੀ ਪਹਿਲਾਂ ਤਾਂ ਗੱਲ ਇਹ ਆ ਵੀ ਜਿਹੜੇ ਮੈਂਬਰ ਜਿੰਨਾ ਅਸੀਂ ਸੈਂਟਰਲ ਪੂਲ ਦੇ ਵਿੱਚ ਅਸੀਂ ਦਾਣੇ ਪਾ ਰਹੇ ਹਾਂ, ਵੀ ਜਿੰਨੇ ਮੈਂਬਰਾਂ ਦਾ ਤੁਸੀਂ ਕਮਿਸ਼ਨ ਬਣਾਉਣਾ ਉਨੇ % ਮੈਂਬਰ ਸਾਡੇ ਪੰਜਾਬ ਦੇ ਹੋਣੇ ਚਾਹੀਦੇ ਆ। ਜੇ ਰੇਟ ਕਣਕ ਤੇ ਝੋਨੇ ਦਾ ਮਿਥਿਆ ਜਾਣਾ ਆ ਤੇ ਉਹਦੇ 'ਚ ਤਾਮਿਲਨਾਡੂ ਵਾਲੇ ਦਾ ਕੀ ਰੋਲ ਆ, ਉਹ 'ਚ ਬੰਗਾਲ ਵਾਲੇ ਦਾ ਵੀ ਰੋਲ ਏਡਾ ਨਹੀਂ ਹੋਣਾ, ਉੱਥੇ ਦੂਸਰੇ ਸਟੇਟਾਂ ਦਾ ਤੇ ਰੋਲ ਨਹੀਂ, ਉੱਥੇ ਤੇ ਰੋਲ ਸਾਡਾ ਹੋਣਾ। ਪਰ ਮੈਂਬਰ ਜੇ ਉਹਨਾਂ ਸਟੇਟਾਂ ਦੇ ਹੋਏ ਤੇ ਸਾਡਾ ਪੰਜਾਬ ਦਾ ਉੱਥੇ ਮੈਂਬਰ ਹੀ ਇੱਕ ਅੱਧਾ ਹੋਇਆ ਤੇ ਉਹਦੀ ਗੱਲ ਵੱਡੀ ਤੂਤੀਆਂ 'ਚ ਫਿਰ ਛੋਟੀ ਕਿੰਨੇ ਸੁਣਨੀ ਹੁੰਦੀ ਆ। ਤੇ ਮੈਂ ਨਾ ਕਿਹਾ ਪਹਿਲੀ ਡਿਮਾਂਡ ਇਹ ਕੀਤੀ ਜਾਏ ਵੀ ਜਿੰਨੇ % ਅਸੀਂ ਸੈਂਟਰਲ ਪੂਲ 'ਚ ਦਾਣੇ ਪਾ ਰਹੇ ਹਾਂ ਉਨੇ ਹੀ ਮੈਂਬਰ ਸਾਡੇ ਪੰਜਾਬ ਦੇ ਹੋਣੇ ਚਾਹੀਦੇ ਨੇ। ਸੈਕੰਡਲੀ ਇਹ ਗੱਲ ਆ ਵੀ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਆ, ਦੈਟ ਇਜ਼ ਓਨਲੀ ਸਜੈਸਟਿਵ ਬਾਡੀ, ਉਹਦਾ ਕੋਈ ਫਾਇਦਾ ਨਹੀਂ। ਉਹ ਜੋ ਕਹਿੰਦੇ ਆ ਉਹ ਸਰਕਾਰ ਉਹਨੂੰ ਪਾਬੰਦ ਨਹੀਂ ਮੰਨਣ ਦੇ। ਤੇ ਮੈਂ ਕਿਹਾ ਇਹਨੂੰ ਵੀ ਜਿਹੜਾ ਅਧਿਕਾਰ ਮਿਲਣਾ ਚਾਹੀਦਾ ਆ, ਇਹ ਵੀ ਇਹਦੇ ਤੇ ਇਹਨੂੰ ਕੋਈ ਅਧਿਕਾਰ ਹੋਏ ਵੀ ਜੋ ਇਹ ਰਿਕਮੈਂਡ ਕਰਦਾ ਉਹ ਸਰਕਾਰ ਬਾਉਂਡ ਹੋਏ ਉਹਨੂੰ ਸੁਣ ਦੇ। ਤੇ ਇਹ ਵੀ ਅਸੀਂ ਕਿਹਾ ਵੀ ਇਹ ਡਿਮਾਂਡ ਕੀਤੀ ਜਾਂਦੀ ਆ। ਹੋਰ ਇਸੇ ਤਰ੍ਹਾਂ ਹੋਰ ਨਿੱਕੇ ਨਿੱਕੇ ਸੁਝਾਅ ਮੈਂ ਦਿੱਤੇ, ਇਹ ਦੋ ਮੇਨ ਸੁਝਾਅ ਸੀ ਵੀ ਜਿਹੜੇ ਆਪਾਂ ਕਰੀਏ, ਪਰੰਤੂ ਮੈਨੂੰ ਆਸ ਨਹੀਂ ਵੀ ਇਹ ਕੇਸ ਉੱਥੇ ਕਿਤੇ ਗੱਲ ਸਾਡੀ ਇਹ ਪਹੁੰਚੀ ਕਿ ਨਹੀਂ ਪਹੁੰਚੀ। ਫਿਰ ਵਿਭਾਗ ਬਣਾਇਆ ਕਾਹਦੇ ਵਾਸਤੇ ਜੇ ਉਹਨਾਂ ਦੇ ਸੁਝਾਅ ਨਹੀਂ ਮੰਨਦੇ? ਗੱਲ ਇਹੀ ਤੇ ਤਰਾਸਦੀ ਆ। ਤੁਸੀਂ ਹੋਰ ਵੀ ਥਾਈਂ ਆਪਾਂ ਦੇਖਦੇ ਹਾਂ, ਕਿਸੇ ਅਫਸਰ ਨੂੰ ਬਾਹਰ ਟ੍ਰੇਨਿੰਗ ਤੇ ਭੇਜਿਆ ਤੇ ਜਦੋਂ ਟ੍ਰੇਨਿੰਗ ਤੋਂ ਵਾਪਸ ਆਉਂਦਾ ਉਹਦੇ ਨੂੰ ਬਦਲੀ ਕਰਕੇ ਉਹਨੂੰ ਕਿਸੇ ਹੋਰ ਥਾਂ ਲਾਇਆ ਜਾਂਦਾ ਹੈ। IAS ਦੇ ਵਿੱਚ ਤੇ ਆਪਾਂ ਆਮ ਅਕਸਰ ਦੇਖਦੇ ਹਾਂ, ਚਲੋ ਦੂਜਿਆਂ 'ਚ ਤੇ ਕੀ ਬਦਲਿਆ ਜਾਣਾ। ਕੋਈ IAS ਟ੍ਰੇਨਿੰਗ ਦੇ ਉੱਤੇ ਗਿਆ, ਉਹ ਕਿਹੜੇ ਸਬਜੈਕਟ ਦੇ ਉੱਤੇ ਟ੍ਰੇਨਿੰਗ ਲੈ ਕੇ ਆਇਆ, ਆਉਂਦੇ ਨੇ ਉਹਦੀ ਬਦਲੀ ਦੂਜੇ ਮਹਿਕਮੇ 'ਚ ਕਰ ਦਿੱਤੀ ਆ। ਉਹਦੀ ਟ੍ਰੇਨਿੰਗ ਦਾ ਫਾਇਦਾ ਕੀ ਹੋਇਆ? ਇਹ ਫਾਇਦਾ ਇਹਦਾ ਇਹੀ ਆ ਵੀ ਜੋ ਕੋਈ ਮੀਟਿੰਗ ਕਿਤੇ ਹੁੰਦੀ ਆ, ਉਹ ਜੇ ਕੋਈ ਕਮੇਟੀ ਬਣਦੀ ਆ, ਉਹ ਕਮੇਟੀ ਦੀ ਲੀਗੈਲਿਟੀ ਹੋਣੀ ਚਾਹੀਦੀ ਆ, ਤਾਂ ਕਿ ਕਮੇਟੀ ਜੇ ਬਣੀ ਆ ਤੇ ਕਮੇਟੀ ਨੂੰ ਕੋਈ ਸਰਕਾਰ ਨੇ ਕੋਈ ਫੰਡ ਦਿੱਤਾ ਜਾਂ ਵਰਤਿਆ, ਉਹਨਾਂ ਨੇ ਕੁਛ ਸਰਕਾਰ ਦਾ ਜੇ ਫੰਡ ਨਹੀਂ ਵਰਤਿਆ, ਸਮਾਂ ਤੇ ਸਰਕਾਰ ਦਾ ਹੀ ਵਰਤਿਆ ਨਾ, ਉਹਨਾਂ ਨੇ ਕੰਮਕਾਰ ਕਰ ਲਈ, ਪਰੰਤੂ ਉਹ ਸਮੇਂ ਦੀ ਫਿਰ ਉਹਦਾ ਕੋਈ ਨਾ ਕੋਈ ਤੇ ਵੈਲਿਊ ਪੈਣੀ ਚਾਹੀਦੀ ਆ। ਜੇ ਇੱਕ ਉਹ ਲਿਖ ਕੇ ਕੋਈ ਰਿਪੋਰਟ ਦਿੰਦੇ ਨੇ, ਉਸ ਰਿਪੋਰਟ ਦਾ ਜ਼ਰੂਰ ਕਿਤੇ ਨਾ ਕਿਤੇ ਕੋਗਨੀਜੈਂਸ ਲੈ ਕੇ ਉਹਨੂੰ ਲਾਗੂ, ਜੇ ਉਹਦੇ 'ਚ ਨਹੀਂ ਤਾਂ ਲੱਗਦਾ ਠੀਕ ਹੈ ਤੇ ਕੋਈ ਹੋਰ ਕਮੇਟੀ ਬਣਾ ਕੇ ਉਹਨੂੰ ਠੀਕ ਕਰ ਲਓ। ਪਰੰਤੂ ਇਹ ਥੋੜ੍ਹਾ ਵੀ ਕਮੇਟੀ ਰਿਪੋਰਟ ਬਣਾ ਕੇ ਦੇ ਦੇ ਤੇ ਮੁੜ ਕੇ ਉਹਨੂੰ ਪੜ੍ਹਿਆ ਹੀ ਨਾ ਜਾਏ ਤੇ ਉੱਥੇ ਦੀ ਉੱਥੇ ਗਲ ਜੇ। ਉਹਨਾਂ ਦਾ ਕੀਤਾ ਕਰਾਇਆ ਵੀ ਖੂਹ 'ਚ ਤੇ ਗਾਂ ਅੱਗੇ ਵੀ ਖੂਹ 'ਚ ਕਿਸੇ ਬੰਨੇ ਨਹੀਂ। ਇਸ ਕਰਕੇ ਇਸ ਵਿਸ਼ੇ ਦੇ ਉੱਤੇ ਥੋੜਾ ਜਿਹਾ ਸਰਕਾਰਾਂ ਨੂੰ ਸੀਰੀਅਸ ਜਿਹੜਾ ਉਹ ਹੋਣਾ ਚਾਹੀਦਾ ਹੈ। ਮਤਲਬ ਪੰਚਾਂ ਦਾ ਕਿਆ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਜੇ ਆਪਾਂ ਉਸੇ ਤੇ ਆਈਏ ਵੀ ਹੋਰ ਕਿਸਾਨ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਕੋਲ, ਤੁਸੀਂ ਕਹਿ ਰਹੇ ਹੋ ਕਿ 5 ਦਾ ਵਫਦ ਜੇ ਜਾਵੇ ਤਾਂ ਉਹ ਵਿਸ਼ੇ ਆਪੋ ਆਪਣੇ ਤਿਆਰ ਕਰ ਲੈਣ, ਤੁਹਾਡੇ ਵੱਲੋਂ ਕੀ ਸੁਝਾਅ ਹੋਣਗੇ ਕਿ ਕਿਸ ਤਰ੍ਹਾਂ ਦਾ ਵਿਸ਼ਾ? ਕਿ ਤੁਸੀਂ MSP ਬਾਰੇ ਤਾਂ ਕਹਿ ਦਿੱਤਾ ਵੀ ਇਸ ਤਰ੍ਹਾਂ ਤੁਸੀਂ ਆਪਣੇ ਸੁਝਾਅ ਉੱਥੇ ਰੱਖ ਸਕਦੇ ਹੋ, ਹੋਰ ਕਿਹੜੇ ਵਿਸ਼ੇ ਦੇ ਉੱਤੇ ਕੋਈ ਛੋਟਾ ਮੋਟਾ ਸੁਝਾਅ ਜਿਹੜਾ ਤੁਸੀਂ ਦੇਣਾ ਚਾਹੋ ਕਿ ਇਹ ਜ਼ਰੂਰ ਵਿੱਚ ਰੱਖ ਲਿਓ ਭਾਈ, ਇਹ ਨਾ ਹੋਵੇ ਕਿਤੇ ਮਾਰ ਖਾ ਕੇ ਆ ਜਾਓ ਉੱਥੇ ਵੀ? ਦੇਖੋ, ਇਹਦੇ ਲਈ ਤੇ ਪੂਰਾ ਮੈਂ ਉਹੀ ਤੁਹਾਨੂੰ ਕਿਹਾ ਸੀ ਵੀ ਇਹ ਇੱਕ ਸਬਜੈਕਟ ਤੇ ਹੈ ਨਹੀਂ, ਕਿਉਂਕਿ 3 ਐਕਟ ਨੇ। 3 ਐਕਟਾਂ ਦੀ ਹੀ ਪੂਰੀ ਜਿਹੜੀ ਆ ਇੱਕ ਪੂਰੇ, ਮੈਂ ਤਾਂ ਨਾ ਵੀ 1 ਮਹੀਨਾ ਇਹਦੇ ਤੇ ਪੂਰਾ ਰਿੜਕਣ ਤੋਂ ਵਜੇ ਸਮਾਂ ਲੈ ਲੈਣ ਉਹਨਾਂ ਤੋਂ ਸਮਾਂ। ਇਹਦੇ ਲਈ ਐਵੇਂ ਕੱਚੀ ਤਿਆਰੀ ਦੇ ਵਿੱਚ ਜਾਣਾ ਕੋਈ ਫਾਇਦਾ ਨਹੀਂ। ਜੇ ਜਾਣਾ ਆ ਤੇ ਪੂਰੀ ਤਿਆਰੀ ਕਰਕੇ ਤੇ ਪੂਰੇ ਪੁਆਇੰਟਸ ਉਹਦੇ ਤੇ ਕੋਲ ਰੱਖ ਕੇ ਫਿਰ ਸਰਕਾਰ ਦਾ ਕਿਸੇ ਪ੍ਰਕਾਰ ਦਾ ਪ੍ਰੈਸ਼ਰ ਨਹੀਂ ਇਹਦੇ 'ਚ ਰੱਖਣਾ ਚਾਹੀਦਾ।
ਤੇ ਦੂਸਰੀ ਗੱਲ ਹੈ ਜਿਹੜਾ ਇਸ ਵੇਲੇ ਇੱਕ ਇੱਥੇ ਦਬਾਅ ਬਣਿਆ ਆ ਸਰਕਾਰ ਦੇ ਉੱਤੇ, ਇਹਨੂੰ ਵੀ ਕਿਸੇ ਬੰਨਿਓ ਲੂਜ਼ ਨਹੀਂ ਹੋਣ ਦੇਣਾ ਚਾਹੀਦਾ। ਕਿਉਂਕਿ ਜੇ ਤੁਸੀਂ ਇਧਰੋਂ ਕਿਤੇ ਪ੍ਰੈਸ਼ਰ ਮਾੜਾ ਮੋਟਾ ਲੂਜ਼ ਹੋ ਗਿਆ ਤੇ ਫਿਰ ਤੁਹਾਡੀ ਉੱਥੇ ਤੁਹਾਨੂੰ ਜਦੋਂ ਟੇਬਲ ਤੇ ਬਿਠਾਉਣਾ ਉਹਨਾਂ ਹੀ ਟੇਬਲ ਛੋਟਾ ਹੁੰਦਾ ਜਾਣਾ ਜਿੰਨਾ ਕੁ ਤੁਹਾਡਾ ਹੁੰਦਾ, ਨਹੀਂ ਤੇ ਉਹਨਾਂ ਨੇ ਉਸ ਹਿਸਾਬ ਨਾਲ ਫਿਰ ਤੁਹਾਨੂੰ ਅੰਦਰ ਵੜਨ ਦੇਣਾ ਤੇ ਉਤਰਾ ਬਾਹਰ ਨਿਕਲ ਦੇਣਾ। ਇਸ ਕਰਕੇ ਇੱਕ ਤੇ ਇੱਥੋਂ ਆ, ਇੱਕ ਹੁਣ ਇਹਦੇ 'ਚ ਮੈਂ ਜਿਹੜੀਆਂ ਹੁਣ ਦੀਆਂ ਗੱਲਾਂ ਉਹ ਵੀ ਜੇ ਮੈਂ ਕਹਾਂ, ਇੱਕ ਤੇ ਚਲੋ ਇਹਦੇ ਅਸੀਂ ਕਹਿ ਦਿੱਤਾ ਵੀ ਉਹਦੀ ਤਿਆਰੀ ਕਰਕੇ ਜਾਣਾ ਵੀ ਇਸ ਮੂਵਮੈਂਟ ਦਾ ਵੀ ਜੇ ਪ੍ਰੈਸ਼ਰ ਬਣਾਈ ਰੱਖਣਾ ਤੇ ਇਸ ਵੇਲੇ ਜਿਹੜਾ ਸਮਾਂ ਹੈ ਨਾ ਉਹ ਕਿਸਾਨੀ ਦੇ ਜੇ ਐਂਗਲ ਤੋਂ ਦੇਖਦੇ ਆ ਤੇ ਬਹੁਤ ਮਹੱਤਵਪੂਰਨ ਹੈ। ਫਸਲ ਪਹਿਲੀ ਪੱਕ ਕੇ ਤਿਆਰ ਹੋਆ ਤੇ ਦੂਜੀ ਫਸਲ ਨਾਲ ਦੀ ਨਾਲ ਹੀ ਅਸੀਂ ਬੀਜਣੀ ਹੈ ਤੇ ਉਹਦੇ ਵਿੱਚ ਵੱਡੀ ਹਰਡਲ ਜਿਹੜੀ ਆ ਵੀ ਪਰਾਲੀ ਨੂੰ ਅੱਗ ਵੀ ਨਹੀਂ ਲਾਉਣੀ ਅਸੀਂ, ਇਹ ਵੀ ਸਾਡੇ ਤੇ ਬੜੀ ਪਾਬੰਦੀ ਆ। ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ। ਇਸ ਕਰਕੇ ਛੋਟੇ ਕਿਸਾਨ ਦੇ ਤੇ ਹਰ ਕਿਸਾਨ ਦੀ ਵੈਸੇ ਸਮੱਸਿਆ ਹੈ। ਇਹਦੇ ਲਈ ਮੈਂ ਕਹੂੰਗਾ ਵੀ ਜਿਵੇਂ ਇਸ ਵੇਲੇ ਅਸੀਂ ਸਾਰਿਆਂ ਨੇ ਪੰਜਾਬੀਆਂ ਨੇ ਏਕੇ ਦਾ ਸਬੂਤ ਦਿੱਤਾ, ਸਾਰੇ ਰੇਲਵੇ ਲਾਈਨਾਂ ਦੇ ਉੱਤੇ ਇਕੱਠੇ ਹੋ ਕੇ ਬੈਠ ਗਏ ਆ, ਹੁਣ ਆਪਾਂ ਪਿੰਡ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਸਿਰਜੀਏ। ਆਪਾਂ ਜੇ ਕੋਈ ਹਿਮਾਤੜ ਕੋਈ ਕੱਲਾਕਾਰ ਆ, ਜੇ ਕਿਸੇ ਦਾ ਕੰਮ ਅੜਦਾ ਆ ਤੇ ਉਹ ਆਪਾਂ ਰਲ ਕੇ ਜਿਹੜੇ ਉਹ ਪਿੰਡ ਦੇ ਵਿੱਚ ਮੋਹਤਬਰ ਇੱਕ ਦੋ ਚਾਰ ਬੰਦੇ ਮੋਹਤਬਰ ਬਣਾਈਏ ਜਿਹੜਾ ਕਿ ਸਾਰੇ ਪਿੰਡ ਦਾ ਕੇਸ ਵੇ ਕੰਮ ਦੇਖਣ ਵੀ ਜੇ ਕਿਸੇ ਹਿਮਾਤੜ ਕਿਸੇ ਕੱਲੇਕਾਰੇ ਦਾ ਕੰਮ ਰੁਕਦਾ ਆ, ਉਹਦੇ ਕੋਲ ਵਾਢੀ ਦਾ ਕੁਝ ਰੁਕਦਾ ਉਹਦਾ ਕੰਮ, ਤਾਂ ਉਹਦੇ ਨਾਲ ਬੰਦੇ ਚਾਰ ਲੱਗ ਕੇ ਉਹਦਾ ਕੰਮ ਕਰਾਇਆ ਜਾਏ। ਫਿਰ ਉਹਦੀ ਕਣਕ ਉਹਦੇ ਨਾਲ ਦੀ ਨਾਲ ਕਣਕ ਬੀਜਣੀ ਆ, ਕਣਕ ਬੀਜਣ ਦਾ ਵੀ ਉਹਦਾ ਕੀਤਾ ਜਾਏ। ਤੀਸਰਾ ਜਿਹੜੇ ਹੋਰ ਕੋਈ ਪ੍ਰਬੰਧ ਨਿੱਕੇ ਨਿੱਕੇ ਹੋਰ ਕਰਨੇ ਹੁੰਦੇ ਨੇ ਖੇਤੀ ਦੇ, ਉਹ ਵੀ ਪ੍ਰਬੰਧਾਂ ਦਾ ਸਾਰਾ ਜਿਹੜਾ ਜਾਇਜ਼ਾ ਆ ਹਰ ਪਿੰਡ ਤੇ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਹੈ। ਇਹਨਾਂ ਨੂੰ ਮੈਂ ਕਿਸਾਨ ਯੂਨੀਅਨ ਨੂੰ ਬੇਨਤੀ ਕਰੂੰਗਾ ਵੀ ਹਰ ਪਿੰਡ ਦੇ ਉੱਤੇ ਇੱਕ ਕਮੇਟੀ ਬਣਾਓ। ਇੱਕ ਤੇ ਉਹ ਕਮੇਟੀ ਜਿਹੜੀ ਆ ਤੁਹਾਡੇ ਇੱਧਰ ਨੂੰ ਵੀ ਫੀਡ ਕਰੂਗੀ ਤੁਹਾਡੇ ਐਜ਼ ਏ ਹਿਊਮਨ ਜਿਹੜੀ ਆ ਉਹਦੇ ਲਈ ਵੀ, ਤੇ ਇੱਕ ਜਿਹੜੇ ਪਿੰਡ ਦੇ ਵਿੱਚ ਆ ਜਿਹੜੇ ਕੰਮ ਜਿਹੜੇ ਕਿਸਾਨੀ ਨਾਲ ਜੁੜੇ ਕੰਮ ਨੇ ਉਹ ਕੰਮ ਸਾਰੇ ਰਲ ਮਿਲ ਕੇ ਜਿਹੜੇ ਉੱਥੇ ਕਰਕੇ ਨਿਬੇੜ ਕੇ ਤਾਂ ਕਿ ਉਹ ਸੁਰਖਰੂ ਜਿਹੜਾ ਬੰਦਾ ਸੁਰਖਰੂ ਹੋਊਗਾ ਉਹ ਮੂਵਮੈਂਟ ਦੇ ਵਿੱਚ ਵੀ ਓਡੇ ਜਿਗਰੇ ਦੇ ਨਾਲ ਤੇ ਓਡੇ ਹੌਸਲੇ ਨਾਲ ਆਊਗਾ। ਤੇ ਜਿੱਡੇ ਹੌਸਲੇ ਨਾਲ ਬੰਦਾ ਇੱਕ ਬੈਠਾ ਧਰਨੇ ਦੇ ਵਿੱਚ ਗੱਲ ਕਰ ਸਕਦਾ ਆ, ਉਹ ਫਿਰ ਜੇ ਇੱਕ ਬੰਦਾ ਡਿਮੋਰਲਾਈਜ਼ ਇਹਨਾਂ ਨੂੰ ਘਰ ਦਾ ਫਿਕਰ ਵੀ ਸਤਾਈ ਜਾਏ ਤੇ ਧਰਨੇ 'ਚ ਬੈਠਾ, ਫਿਰ ਉਹ ਅੱਧੇ ਜੇ ਮਨ ਵਾਲੇ ਦੇ ਬੰਦੇ ਦੇ ਰਿਜ਼ਲਟ ਵੀ ਅੱਧੇ ਕੀ ਰਹਿ ਜਾਂਦੇ ਨੇ। ਭਾਈਚਾਰਕ ਸਾਂਝ ਜਿਹੜੀ ਉਹ ਕਾਇਮ ਰੱਖਣੀ ਚਾਹੀਦੀ, ਜਿਹੜੀ ਪੁਰਾਣੇ ਸਮੇਂ ਦੇ ਵਿੱਚ ਆਪਾਂ ਕਹਿੰਦੇ ਸੀ ਕਿ ਭਾਈਚਾਰਕ ਸਾਂਝ ਹੈ, ਇਕੱਠੇ ਵਿਹੜੇ ਨੇ ਇਕੱਠੇ ਰਹਿੰਦੇ ਨੇ। ਦੂਜੀ ਗੱਲ ਇਹ ਕਿ ਅੱਜ ਮੋਰਚੇ ਦੇ ਵਿੱਚ ਜਵਾਨੀ ਦੇ ਵਿੱਚ ਬੜਾ ਜੋਸ਼ ਹੈ। ਉਹ ਕਹਿੰਦੇ ਨੇ ਕਿ ਜੋਸ਼ ਦੇ ਨਾਲ ਹੋਸ਼ ਹੋਣਾ ਲਾਜ਼ਮੀ ਹੈ, ਉਹ ਵੀ ਜ਼ਰੂਰੀ ਹੈ। ਇਹ ਨਾ ਹੋਵੇ ਕਿਤੇ ਉੱਤੇ ਹੁੱਲੜਬਾਜ਼ੀ ਹੋਈ ਜਾਏ। ਹੁਣ ਆਪਾਂ ਦੇਖ ਰਹੇ ਹਾਂ ਕਲਾਕਾਰ ਉਹ ਵੀ ਜਵਾਨੀ ਵਿੱਚ ਆਉਂਦੇ ਨੇ, ਉਹ ਵੀ ਆਪੋ ਆਪਣੇ ਸੁਝਾਅ ਦੇ ਰਹੇ ਨੇ। ਕਲਾਕਾਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਅਸਹਿਮਤੀ ਬਣਦੀ ਜਾ ਰਹੀ ਹੈ। ਕੋਈ ਕੁਝ ਸੁਝਾਅ ਦਿੰਦਾ, ਕੋਈ ਕਿਸੇ ਨੂੰ ਕਹਿ ਦਿੰਦਾ ਕਿ ਸਰਕਾਰ ਦਾ ਬੰਦਾ, ਕੋਈ ਕਹਿੰਦਾ ਕੇਂਦਰ ਦਾ ਬੰਦਾ, ਕੋਈ ਕਹਿੰਦਾ RSS ਦਾ ਬੰਦਾ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਉਹਨਾਂ ਨੇ ਕਈਆਂ ਨੂੰ ਸਵਾਲ ਜੇ ਹੋ ਜੇ ਨਾ ਕਿ ਤੁਹਾਨੂੰ ਪਤਾ ਹੈ ਇਸ ਬਾਰੇ ਕਿਹੜੇ ਕਿਹੜੇ ਬਿੱਲ ਨੇ, ਕੀ ਕੁਝ ਹੈ, ਤੇ ਗੱਲ ਉੱਥੇ ਹੀ ਆਉਂਦੀ ਕਿ ਤੁਸੀਂ ਫਿਰ ਹੁੱਲੜਬਾਜ਼ੀ ਕਰਦੇ, ਤੁਹਾਨੂੰ ਪਤਾ ਨਹੀਂ ਇਸ ਬਾਰੇ ਕਿ ਇਹਦੇ ਵਿੱਚ ਰੱਖਿਆ ਕੀ ਹੈ, ਤੁਹਾਨੂੰ ਨੁਕਸਾਨ ਕਿਤੇ, ਬਸ MSP ਕਰੀ ਜਾਂਦੇ ਨੇ। ਦੇਖੋ ਇਹ ਜਿਹੜੇ ਅੱਗੇ ਮੋਤਬਰ ਲੱਗੇ ਨੇ ਵੈਸੇ ਤੇ ਉਹ ਬੜੇ ਸੁਚੇਤ ਹੋ ਕੇ ਚੱਲ ਰਹੇ ਨੇ। ਉਹਨਾਂ ਨੇ ਪਹਿਲੀ ਗੱਲ ਤੇ ਇਹ ਆ ਵੀ ਅਜੇ ਤੇ ਯੂਥ ਨੂੰ ਪਹਿਲੋਂ ਆਵਾਜ਼ਾਂ ਹੀ ਮਾਰਦੇ ਸੀ ਵੀ ਆਓ ਆਓ ਤੇ ਘੱਟ ਆਉਂਦੇ ਸੀ, ਪਰੰਤੂ ਐਰਕਾਂ ਇਹਨਾਂ ਦੀ ਜਿਹੜੀ ਵਿੱਚ ਭਾਗੀਦਾਰੀ ਬਣੀ ਆ ਵੀ ਮੇਰਾ ਖਿਆਲ ਆ ਵੀ ਇਹ ਕਿਉਂਕਿ ਜਿਹੜਾ ਇਸ ਵੇਲੇ ਦਾ ਸਬਜੈਕਟ ਹੈ ਨਾ ਉਹ ਹਰ ਬੰਦੇ ਨੂੰ ਕਿਸਾਨ ਖੇਤੀ ਕਰਦੇ ਪਰਿਵਾਰ ਨੂੰ ਜਾਂ ਪੰਜਾਬ ਦੇ ਵਿੱਚ ਰਹਿੰਦੇ ਜਿੰਨੇ ਲੋਕ ਨੇ ਉਹਨਾਂ ਨੂੰ ਇਹ ਲੱਗਾ ਯਾਰ ਇਹ ਤਾਂ ਸਾਡੇ ਤਵੇ ਦੀ ਰੋਟੀ ਤੋਂ ਲਾਹ ਕੇ ਲੈ ਚੱਲੇ ਨੇ ਵੀ ਇਹ ਤੇ ਇਹਦੇ ਨਾਲ ਸਾਡਾ ਤੇ ਬਿਲਕੁਲ ਹੀ ਹੁਣ ਭੁੱਖੇ ਮਾਰਨ ਵਾਲੀ ਗੱਲ ਆ। ਇਹ ਜਿਹੜਾ ਇਹੋ ਜਿਹਾ ਜਿਹੜਾ ਇੱਕ ਜਜ਼ਬਾ ਜਿਹੜਾ ਹੁਣ ਉਹਨੂੰ ਦੇਖ ਕੇ ਹਾਲਾਤ ਦੇਖ ਕੇ ਇਹ ਜਿਹੜਾ ਯੂਥ ਆਇਆ ਆ, ਵੈਸੇ ਮੈਂ ਯੂਥ ਬਾਰੇ ਮੈਂ ਪਹਿਲੋਂ ਵੀ ਕਹਿੰਦਾ ਹੁੰਦਾ ਸੀ ਵੀ ਆਪਣਾ ਯੂਥ ਨੂੰ ਆਪਾਂ ਐਵੇਂ ਨਿੰਦੀ ਜਾ ਰਹੇ ਹਾਂ, ਇਹ ਨਿੰਦਣ ਵਾਲਾ ਨਹੀਂ ਗੀ ਚੀਜ਼। ਕਿਉਂਕਿ ਇਹਨੂੰ ਆਪਾਂ ਦੇਖਦੇ ਹਾਂ ਵੀ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਬੱਚਿਆਂ ਨੂੰ ਅਸੀਂ ਹੁਣ ਤੱਕ ਇਹ ਕਹਿ ਕੇ ਨਿੰਦੇ ਰਹੇ ਯਾਰ ਇਹ ਤੇ ਸਿਰਫ ਮੋਟਰਸਾਈਕਲ ਤੇ ਗੇੜੀਆਂ ਮਾਰਨ ਵਾਲੇ ਨੇ ਤੇ ਫੋਨ ਹੀ ਕੰਨਾਂ ਨੂੰ ਲਾਈ ਫਿਰਦੇ ਨੇ, ਇਹ ਤੇ ਜੇ ਪਾਣੀ ਆਪਣੇ ਗਲਾਸ ਆਪ ਨਹੀਂ ਫੜ ਕੇ ਪੀਣ ਜੋਗੇ ਤੇ ਮਾਂ ਮੂੰਹ ਨੂੰ ਲਾ ਦੇ ਤੇ ਪੀ ਲੈਂਦੇ ਤੇ ਨਹੀਂ, ਜਾਂ ਨਸ਼ਿਆਂ ਪੱਤਿਆਂ ਦੇ ਵਿੱਚ ਹੀ ਫਿਰਦੇ ਰਹਿੰਦਾ। ਇਹ ਆਮ ਆਪਾਂ ਜੇ ਘਰ ਕੋਈ ਮਿਲਣਾ ਆ ਗਿਆ ਤਾਂ ਉੱਥੇ ਵੀ ਇਹੋ ਹੀ ਵਿਆਖਿਆ ਸ਼ੁਰੂ ਕਰ ਦਿੰਦੇ ਵੀ ਯਾਰ ਬੱਚਿਆਂ ਦਾ ਅੱਜ ਕੱਲ੍ਹ ਹਾਲਾਤ ਇਹ ਆ। ਪਰੰਤੂ ਮੈਂ ਉਦੋਂ ਵੀ ਕਹਿੰਦਾ ਹੁੰਦਾ ਸੀ ਵੀ ਨਹੀਂ, ਇਹ ਬੱਚਾ ਤੁਸੀਂ ਐਵੇਂ ਨਿੰਦਣਾ ਗਲਤ ਕਰ ਰਹੇ ਜੇ। ਉਹੀ ਬੱਚਾ ਜਿਹਨੂੰ ਆਪਾਂ ਨਿੰਦ ਕੇ ਇੱਥੇ ਉਹਦਾ ਹਵਲੀਆ ਵਿਗਾੜ ਦਿੱਤਾ ਹੈ, ਉਹੀ ਬੱਚਾ ਜਦੋਂ ਕਿਸੇ ਨਾ ਕਿਸੇ ਯਤਨ ਕਰਕੇ ਉਹ ਕਿਸੇ ਬਾਹਰਲੀ ਧਰਤੀ ਤੇ ਚਲ ਜਾਂਦਾ ਆ, ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਚਲ ਜਾਂਦਾ ਹੈ, ਉੱਥੇ ਨਾ ਤੇ ਉਹਦੀ ਭੂਆ ਉਹਨੂੰ ਮਿਲਦੀ ਆ, ਨਾ ਉਹਦੀ ਮਾਸੀ ਮਿਲਦੀ, ਨਾਲ ਮਾਂ ਹੁੰਦੀ ਹੈ। ਉਹ ਜਹਾਜ਼ ਤੋਂ ਉਤਰ ਕੇ ਸਿੱਧਾ ਕਿਸੇ ਗੁਰਦੁਆਰੇ ਦੀ ਪਹਿਲੋਂ ਸ਼ਰਨ ਲੈਂਦਾ ਹੈ
ਤੇ ਗੁਰਦਾਰੇ ਦੇ ਵਿੱਚ ਜਾ ਕੇ ਫਿਰ ਉੱਥੇ ਆਪਣੀ ਥੋੜੀ ਬਹੁਤੀ ਪੰਜਾਬੀ ਅੰਗਰੇਜ਼ੀ ਜੀ ਜਿਹੋ ਜਿਹੀ ਰਲਾ ਮਿਲਾ ਕੇ ਕਰਦਾ ਆ, ਉਹੋ ਜਿਹਾ ਕਿਸੇ ਨੂੰ ਪੁੱਛ ਕੇ ਫਿਰ ਉਹ ਕੰਮ ਲੱਭਦਾ ਹੈ ਵੀ ਕੰਮ ਮੈਨੂੰ ਦੱਸੋ ਕਿੱਥੇ ਹੈ। ਤੇ ਜਿਹੋ ਜਿਹਾ ਵੀ ਉਹਨੂੰ ਕੰਮ ਮਿਲਦਾ ਆ, ਜਿਹੋ ਜਿਹਾ ਵੀ ਕੰਮ ਮਿਲਦਾ ਉਹ ਪਹਿਲੇ ਦਿਨ ਹੀ ਆਪਣਾ ਬੈਗ ਨਾਲ ਲੈ ਕੇ ਤੇ ਉੱਥੇ ਚੱਲ ਜਾਂਦਾ ਹੈ ਤੇ ਉਹ ਕੰਮ ਕਰਕੇ ਮੁੜ ਕੇ ਆਪਣੇ ਰਹਿਣ ਦਾ ਰੈਣ ਬਸੇਰਾ ਲੱਭਦਾ ਆ। ਰੈਣ ਬਸੇਰਾ ਥੋੜ੍ਹਾ ਜਿਹਾ ਵਸਾ ਕੇ ਫਿਰ ਉਹ ਮੁੜ ਕੇ ਆਪਣਾ ਜਦੋਂ ਥੋੜ੍ਹਾ ਜਿਹਾ ਸੈੱਟ ਕਰਦਾ, ਆਪ ਹੀ ਕੰਮ ਤੇ ਜਾਂਦਾ ਆ, ਆਪੇ ਹੀ ਉੱਠਦਾ ਆ, ਆਪਣੀ ਰੋਟੀ ਵੀ ਆਪੇ ਬਣਾਉਂਦਾ ਆ। 24 ਘੰਟਿਆਂ ਦੇ ਵਿੱਚੋਂ ਮੈਂ ਦੇਖਿਆ 18 19 ਘੰਟੇ ਉਹ ਕੰਮ ਕਰਦਾ ਆ। ਮੈਂ ਕਹਿੰਦਾ ਹੁੰਦਾ ਸੀ ਵੀ ਜਿਹੜਾ ਬੱਚਾ ਉੱਥੇ ਜਾ ਕੇ 18-19 ਘੰਟੇ ਕੰਮ ਕਰਦਾ ਆ, ਕੀ ਜਦੋਂ ਦਿੱਲੀੋਂ ਏਅਰਪੋਰਟ 'ਤੇ ਅਸੀਂ ਉਹਨੂੰ ਚਾੜਿਆ ਉਹਦਾ ਕੋਈ ਗਵਰਨਰ, ਉਹਦਾ ਕੋਈ ਪੁਰਜਾ ਅੰਦਰੋਂ ਚੇਂਜ ਕੀਤਾ ਜਾਂਦਾ ਵੀ ਜੇ ਉਹ ਉੱਥੇ ਜਾ ਕੇ ਕੰਮ ਕਰਦਾ ਤੇ ਇੱਥੇ ਨਹੀਂ ਕੰਮ ਕਰਦਾ, ਤੇ ਇਹਦਾ ਆਪਾਂ ਕਾਰਨ ਵੇਖੀਏ ਵੀ ਕਿਉਂ ਨਹੀਂ ਕਰਦਾ। ਇੱਥੇ ਮਾਹੌਲ ਜਿਹੜਾ ਆਪਣੇ ਮਾਹੌਲ ਦੇ ਵਿੱਚ ਕਰਪਸ਼ਨ ਆ ਗਈ ਆ, ਬਹੁਤ ਭਾਈ ਆਪਣੇ ਜਿਹੜੇ ਆਪਣਾ ਹੀ ਪਰਿਵਾਰ ਅੱਗੇ ਲੈ ਕੇ ਜਾਣ ਦੀ ਗੱਲਾਂ ਆ ਗਈਆਂ ਨੇ। ਉਹਦੇ 'ਚ ਰਾਜਨੀਤੀ ਦਾ ਇੰਨਾ ਦਖਲਅੰਦਾਜ਼ੀ ਹਰ ਕੰਮ ਦੇ ਉੱਤੇ ਹੋ ਗਈ ਆ, ਗਰੀਬ ਦੀ ਕੋਈ ਸੁਣਵਾਈ ਕਿਤੇ ਨਹੀਂ, ਲਾ ਐਂਡ ਆਰਡਰ ਦੀ ਗੱਲ ਕੋਈ ਨਹੀਂ। ਇਹ ਬੱਚੇ ਇਸ ਗੱਲੋਂ ਦੁਖੀ ਹੋ ਕੇ ਹੀ ਉੱਥੇ ਜਾ ਕੇ ਕੰਮ ਕਰਦੇ। ਤੇ ਅੱਜ ਜੇ ਇੱਥੋਂ ਵਾਲਾ ਬੱਚਾ ਜਿਹੜਾ ਅੱਜ ਲੱਗਾ ਆ, ਮੈਨੂੰ ਤੇ ਐਡਾ ਸ਼ੱਕ ਨਹੀਂ ਵੀ ਉਹ ਹੁੱਲੜਬਾਜ਼ੀ ਹੀ ਕਰੂਗਾ। ਉਹ ਬੜਾ ਸੀਰੀਅਸ ਆ, ਉਹ ਆਪਣੇ ਉਹਨੂੰ ਦਿਸਦਾ ਵੀ ਮੇਰੇ ਫਿਊਚਰ ਦਾ ਕੀ ਭਵਿੱਖ ਕੀ ਆ ਤੇ ਇਹਨੂੰ ਹੁਣ ਕਿਵੇਂ ਅਸੀਂ ਯੁੱਧ ਨੂੰ ਲੜਨਾ ਆ। ਉਹ ਸੀਰੀਅਸ ਹੋ ਕੇ ਲੜੂਗਾ। ਚਲੋ ਕੁਛ ਪਰਸੈਂਟ ਆਉਂਦੇ ਵੀ ਸਾਰੇ 100% ਰਿਜ਼ਲਟ ਤੇ ਲੈਬੋਰਟਰੀ 'ਚ ਵੀ ਨਹੀਂ ਆਉਂਦੇ, ਤੇ ਸਾਰਾ 100% ਯੂਥ ਨੂੰ ਤੇ ਨਹੀਂ ਅਸੀਂ ਇੱਕੋ ਹੀ ਥਾਂ ਰੱਖਾਂਗੇ, ਪਰੰਤੂ ਫਿਰ ਮੋਸਟ ਆਫ ਦੀ ਜਿਹੜੇ ਯੂਥ ਨੇ ਇਸ ਵੇਲੇ ਜਦੋਂ ਉਹਨਾਂ ਦੀਆਂ ਬਾਈਟਸ ਸੁਣਦੇ ਆ, ਉਹਨਾਂ ਦੇ ਜਿਹੜੇ ਆ ਅੰਦਰੋਂ ਜੋਸ਼ ਆ ਉਹ ਵੀ ਦਿਸਦਾ ਆ, ਉਹਨਾਂ ਦੀ ਕਈਆਂ ਦੀ ਸਿਆਣਪ ਵੀ ਬੜੀ ਝਲਕਦੀ ਹੈ ਵੀ ਉਹ ਗੱਲਾਂ ਨੂੰ ਸਮਝਦੇ ਨੇ, ਕਰਦੇ ਨੇ। ਕਿਉਂਕਿ ਅੱਜ ਕੱਲ੍ਹ ਉਹਨਾਂ ਕੋਲ ਮੋਬਾਈਲ ਆ, ਨੈੱਟ ਆ, ਇੱਕ ਦੂਜੇ ਦੀ ਪੋਸਟ ਪੜ੍ਹ ਲਈ, ਕਿਸੇ ਨੂੰ ਸੁਣਾਤੀ, ਕਿਸੇ ਨੂੰ ਪੜ੍ਹ ਲਈ, ਤੇ ਇਸ ਕਰਕੇ ਯੂਥ ਨੂੰ ਥੋੜ੍ਹਾ ਜਿਹਾ ਹੋਰ ਜਿਹੜਾ ਆ, ਕਿਉਂਕਿ ਤਰਾਸ਼ਣ ਦੀ ਲੋੜ ਆ ਉਹਨਾਂ ਨੂੰ। ਆ ਜਿਹੜੇ ਜਿੱਥੇ ਵੀ ਧਰਨੇ ਮੁਜ਼ਾਹਰੇ ਹੁੰਦੇ ਨੇ, ਮੈਂ ਨਾ ਵੀ ਉਹ ਯੂਥ ਨੂੰ ਉਹਦੇ 'ਚ ਅੱਗੇ ਬੋਲਣ ਦੇਣ ਦਾ ਟਾਈਮ ਦੇਣਾ ਚਾਹੀਦਾ ਇਹਨਾਂ ਨੂੰ, ਤਾਂ ਕਿ ਜਦੋਂ ਤੁਸੀਂ ਬੋਲੋਗੇ ਤੇ ਫਿਰ ਤੁਸੀਂ ਜਦੋਂ ਜਿਹੜੀ ਚੀਜ਼ ਬੋਲੀ ਆ ਫਿਰ ਕੱਲ੍ਹ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਉਹਨੂੰ ਲਿਆਓਗੇ, ਜੇ ਨਹੀਂ ਵੀ ਆਏ ਤੇ ਇਸ ਕਰਕੇ ਹੋ ਸਕਦਾ ਜਿਵੇਂ ਆ ਕਰੋਨਾ ਦੀ ਬਿਮਾਰੀ ਕਰਕੇ ਆਪਾਂ ਇੱਕ ਸਫਾਈ ਦਾ ਆਪਣੇ 'ਚ ਸਾਰੇ ਆ ਗਿਆ ਸਮਾਜ ਦੇ ਵਿੱਚ ਵੀ ਸਫਾਈ ਰੱਖਣੀ ਚਾਹੀਦੀ ਆ, ਯਾਰ ਮੂੰਹ ਢੱਕ ਕੇ ਰੱਖੋ, ਆਹ ਕਰਕੇ ਰੱਖੋ। ਹੋ ਸਕਦਾ ਕਰੋਨਾ ਨਾਲ ਤਾਂ ਨੁਕਸਾਨ ਹੋਇਆ ਜਿਹੜਾ ਸੋ ਹੋਇਆ, ਪਰ ਫਾਇਦਾ ਉਹਦਾ ਜ਼ਿਆਦਾ ਇਨ ਲੌਂਗ ਰਨ ਹੋ ਜਾਣਾ। ਇਸੇ ਤਰ੍ਹਾਂ ਮੈਨੂੰ ਲੱਗਦਾ ਇਸ ਮੂਵਮੈਂਟ ਦੇ ਵਿੱਚੋਂ ਜਿਹੜਾ ਪੰਜਾਬ ਦਾ ਯੂਥ ਤੇ ਪੰਜਾਬੀ ਜਿਹੜਾ ਇਕੱਠਾ ਹੋ ਗਿਆ ਆ, ਉਹਦੇ ਵਿੱਚ ਜਿਹੜੀ ਇੱਕ ਵੂਮਨ ਪਾਵਰ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ ਵੀ 50% ਜਿਹੜੀ ਸਟਰੈਂਥ ਆ ਆਪਾਂ ਉਹ ਤਾਂ ਘਰਾਂ ਦੇ ਵਿੱਚ ਹੀ ਬੰਦ ਕੀਤੀ ਆ, ਉਹ 50% ਜਿਹੜੀ ਹੁਣ ਸਟਰੈਂਥ ਆ ਉਹ ਜਦੋਂ ਨਾਲ ਆਈ ਆ। ਅੱਗੇ ਆਪਾਂ ਦੇਖਦੇ ਹਾਂ ਵੀ ਜਿੱਥੇ ਲੇਡੀ ਰਿਜ਼ਰਵ ਸਰਪੰਚ ਬਣ ਜਾਂਦੀ ਹੁੰਦੀ ਸੀ, ਉਹ ਸਿਰਫ ਨਾਂ ਦੀ ਸਰਪੰਚ ਹੁੰਦੀ ਸੀ ਤੇ ਕੰਮ ਸਾਰਾ ਉਹਦਾ ਘਰ ਵਾਲਾ ਹੀ ਕਰਦਾ ਹੁੰਦਾ ਸੀ। ਤੇ ਮੇਰਾ ਖਿਆਲ ਵੀ ਇਸ ਮੂਵਮੈਂਟ ਨੇ ਇੰਨੀ ਕੁ ਜਾਗ ਲੇਡੀਜ਼ ਦੇ ਵਿੱਚ ਵੀ ਲਾ ਦਿੱਤੀ ਆ ਵੀ ਜੇ ਕੱਲ੍ਹ ਨੂੰ ਜਿਹੜੀਆਂ ਸਰਪੰਚ ਬਣ ਗਈਆਂ, ਉਹ ਫਿਰ ਸਰਪੰਚੀ ਆਪਣੀ ਜੁਰਤ ਦੇ ਨਾਲ ਤੇ ਆਪਣੀ ਸਿਆਣਪ ਦੇ ਨਾਲ ਹੀ ਕਰਨਗੀਆਂ, ਤੇ ਉਹਦੇ ਜਿਹੜੇ ਰਿਜ਼ਲਟ ਨੇ ਆਉਣ ਵਾਲੇ ਪੰਜਾਬ ਦਾ ਭਵਿੱਖ ਦੇ ਵਿੱਚ ਮੈਨੂੰ ਲੱਗਦਾ ਯੂਥ ਦੇ ਵਾਸਤੇ ਇਹ ਇੱਕ ਹੋ ਸਕਦਾ ਵੀ ਇਹ ਇੱਕ ਬਹੁਤ ਵਧੀਆ ਜਿਹੜੀ ਇੱਕ ਮੈਸੇਜ ਉਹਨਾਂ ਨੂੰ ਦੇ ਜੇ, ਤੇ ਉਹ ਆਪਣਾ ਜਿਹੜਾ ਪੰਜਾਬ ਦੀ ਜਿਹੜੀ ਆਪਣੀ ਮਿੱਟੀ ਆ, ਜਿਹੜੀ ਕਿ ਆਪਣੇ ਵੱਡਿਆਂ ਵਡੇਰਿਆਂ ਨੇ ਸਿੰਜੀ ਆ, ਉਹਦੀ ਰਾਖੀ ਕਰਨ ਲਈ ਆਪਣੀਆਂ ਜਾਨਾਂ ਤੱਕ ਦਿੱਤੀਆਂ ਆ, ਉਸ ਮਿੱਟੀ ਨੂੰ ਇਹ ਵੀ ਓਨਾ ਹੀ ਪਿਆਰ ਕਰਕੇ ਇਹਨੂੰ ਹੋਰ ਅੱਗੇ ਲੈ ਕੇ ਜਾਣਗੇ। ਜੀ ਸ਼ੁਕਰੀਆ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਖੇਤੀਬਾੜੀ ਵਿਭਾਗ ਪੰਜਾਬ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਸੋਹਲ। ਨੌਜਵਾਨਾਂ ਨੂੰ ਕਿਹਾ ਗਿਆ ਕਿ ਜੋਸ਼ ਦੇ ਨਾਲ ਹੋਸ਼ ਵੀ ਜਿਹੜਾ ਉਹ ਕਾਇਮ ਕਰਨ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਔਰਤਾਂ ਮੈਦਾਨ ਦੇ ਵਿੱਚ ਆਈਆਂ ਨੇ, ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਏਗਾ। ਇੱਕ ਕਿਸਾਨ ਅੰਦੋਲਨ ਨੇ ਇੱਕ ਸਬਕ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਤੇ ਜਵਾਨੀ ਨੂੰ ਵੀ ਦਿੱਤਾ ਹੈ ਕਿ ਕਿਸ ਤਰ੍ਹਾਂ ਜਿਹੜਾ ਉਹ ਅੱਗੇ ਵਧਿਆ ਜਾ ਸਕਦਾ ਹੈ। ਸੰਘਰਸ਼ ਦੇ ਰਾਹ ਤੇ ਤੁਰਦਿਆਂ ਆਪਣੇ ਲਈ ਇਨਸਾਫ ਲਿਆ ਜਾ ਸਕਦਾ ਹੈ, ਪਰ ਬਸ਼ਰਤੇ ਇਹ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚ ਕਰਦੇ ਹੋ ਜਾਂ ਤੁਹਾਨੂੰ ਬੁਲਾਉਂਦੇ ਨੇ ਤਾਂ ਉੱਥੇ ਜਾ ਕੇ ਤੁਸੀਂ ਆਪਣੇ ਵਿਸ਼ੇ ਨੂੰ ਰੱਖਣਾ ਕਿੱਦਾਂ, ਇਸ ਗੱਲ ਦਾ ਹੱਲ ਕਿੱਦਾਂ ਲੈ ਕੇ ਆਉਣਾ ਹੈ, ਕਿਸ ਤਰ੍ਹਾਂ ਤੁਸੀਂ ਖੇਤੀ ਕਾਨੂੰਨ ਦੀ ਜੇ ਖਿਲਾਫਤ ਕਰਦੇ ਹੋ ਤਾਂ ਉਸ ਨੂੰ ਰੱਦ ਕਿੱਦਾਂ ਕਰਵਾਇਆ ਜਾ ਸਕਦਾ ਹੈ, ਜਾਂ ਉਸ ਦੇ ਵਿੱਚ ਕਿਸਾਨੀ ਦਾ ਭਲਾ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ, ਕਿਵੇਂ ਹੋ ਸਕਦਾ, ਉਸ ਸਭ ਦੇ ਉੱਤੇ ਬੜੇ ਵਿਸਥਾਰ ਦੇ ਨਾਲ ਦੱਸਿਆ। ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਦੇ ਲੱਗੇ, ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।